सत श्री अकाल पहला तो सारिਆਂ ਨੂੰ। ਹਾਂਜੀ ਜੀ। ਆਮ ਤੌਰ ਤੇ ਸਾਡੀ ਸੰਗਤ ਦਾ ਸਾਰਿਆਂ ਦਾ ਇਹ ਸਵਾਲ ਹੁੰਦਾ ਵੀ ਹੁਣ ਇਹ ਗੱਲ ਤਾਂ ਸਾਨੂੰ ਪਤਾ ਲੱਗ ਗਈ ਆ ਵੀ ਜਿਹੜੇ ਨਵੇਂ ਕਾਨੂੰਨ ਆਏ ਆ ਉਹ ਸਾਡੇ ਲਈ ਲਾਹੇਵੰਦ ਨਹੀਂ ਆ ਜਾਂ ਪੰਜਾਬ ਲਈ ਉਹ ਕਾਨੂੰਨ ਕਿਸੇ ਵੀ ਸੱਭਿਆਚਾਰਕ ਤੌਰ ਤੇ ਜਾਂ ਆਪਾਂ ਕਹਿ ਲਈਏ ਵੀ ਸਾਡੀ ਇਕੋਨਮੀ ਨੂੰ ਆਰਥਿਕਤਾ ਨੂੰ ਇਹ ਸਟਰੋਂਗ ਨਹੀਂ ਕਰਨਗੇ, ਵੀਕ ਕਰਨਗੇ। ਸਾਡੇ ਸੱਭਿਆਚਾਰ ਨੂੰ ਵੀ ਬੜੀ ਵੱਡੀ ਉਹਦੇ ਤੋਂ ਖਤਰਾ ਸੱਭਿਆਚਾਰਕ ਤੌਰ ਤੇ ਵੀ ਅਸੀਂ ਟੁੱਟ ਜਾਂਗੇ। ਇਹ ਗੱਲ ਪਤਾ ਲੱਗ ਗਈ ਆ ਪੰਜਾਬ ਨੂੰ। ਇੱਕ ਜਿਹੜੀ ਜਾਗਰੂਕਤਾ ਜਾਂ ਕਹਿ ਲਈਏ ਵੀ ਲੋਕ ਜਾਗ ਗਏ ਆ, ਇਹ ਗੱਲ ਤਾਂ ਸਾਡੇ ਸਾਹਮਣੇ। ਪਰ ਹੁਣ ਗਾਂਹ ਕਿੱਧਰ ਨੂੰ ਤੁਰੀਏ? ਕਿਉਂਕਿ ਜੇ ਲੋਕਾਂ ਨੂੰ ਜਗਾ ਲਿਆ ਤੇ ਅਗਲੀ ਸੇਧ ਨਾ ਦਿੱਤੀ ਜਾਵੇ, ਇਹ ਹੋਰ ਵੀ ਜ਼ਿਆਦਾ ਖਰਾਬ ਹੁੰਦੀ ਹੈ। ਅਗਲੀ ਸੇਧ ਦੇਣੀ ਬੜੀ ਜ਼ਰੂਰੀ ਹੈ। ਸੋ ਪਿਛਲੇ ਕੁਝ ਦਿਨਾਂ ਤੋਂ ਇਸੇ ਗੱਲ ਤੇ ਜਿਹੜੀ ਆਪਣੀ ਕਹਿ ਲਓ ਵੀ ਕੁਝ ਪੰਚਾਇਤ ਆ, ਕੁਝ ਚੰਗੀਆਂ ਰੂਹਾਂ ਪੰਜਾਬ ਪੱਖੀ ਜਾਂ ਦਰਦੀ, ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਸੀ। ਇਸੇ ਚੋਂ ਪੰਜਾਬ ਦੀ ਖੁਦਮੁਖਤਿਆਰੀ ਦਾ ਜਿਹੜਾ ਅੱਜ ਪੰਜਾਬ ਗੱਲ ਕਰ ਰਿਹਾ ਵੀ ਸਾਡੇ ਕੋਲੇ ਸਾਡੇ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ, ਉਹ ਇਸੇ ਗੱਲ 'ਚੋਂ ਨਿਕਲੀ। ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਫਾਸਲਾ ਜਿਹਨੂੰ ਆਪਾਂ ਸਮਝੀਏ। ਅੱਜ ਜੇ ਕਿਸਾਨੀ ਦੇ ਘੋਲ 'ਚ ਬੈਠੇ ਆ, ਪਹਿਲਾਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ। ਕਿਸਾਨੀ ਦੇ ਘੋਲ 'ਚ ਬੈਠੇ ਆ, ਸੰਘਰਸ਼ ਕਰ ਰਹੇ ਆ ਵੀ ਪੰਜਾਬ ਦੀ ਕਿਸਾਨੀ ਬਚ ਜੇ ਜਾਂ ਸਾਡੀਆਂ ਜ਼ਮੀਨਾਂ ਤੇ ਇਹ ਜਿਹੜੀਆਂ ਕਾਰਪੋਰੇਟ ਕੰਪਨੀਆਂ ਆ ਇਹਨਾਂ ਦੀ ਡੋਮੀਨੇਸ਼ਨ, ਇਹਨਾਂ ਦਾ ਗਲਬਾ ਨਾ ਪੈ ਜੇ ਜਾਂ ਇਹ ਸਾਡੀਆਂ ਜ਼ਮੀਨਾਂ ਨਾ ਸਾਡੇ ਹੱਥੋਂ ਲੈ ਜਾਣ। ਕਿਉਂਕਿ ਸਾਡੀ ਧਰਤੀ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ, ਸਾਡੇ ਫਲਸਫੇ ਜੁੜੇ ਹੋਏ ਆ, ਸਾਡੀ ਸਿਆਸਤ ਜੁੜੀ ਹੋਈ ਆ। ਜੇ ਧਰਤੀ ਸਾਡੇ ਹੱਥੋਂ ਜਾਂਦੀ ਆ ਤਾਂ ਇਹ ਸਭ ਕੁਝ ਵੀ ਖੁੱਸਦਾ। ਸੋ ਸਾਡੀ ਹੋਂਦ ਦੀ ਲੜਾਈ ਆ ਗਈ। ਜਦੋਂ ਹੋਂਦ ਦੀ ਲੜਾਈ ਆ ਗਈ ਤਾਂ ਉਸ ਹੋਂਦ ਦੀ ਲੜਾਈ 'ਚ ਪ੍ਰਾਇਰਟੀ ਜਿਹੜੀ ਆਪਾਂ ਕਹਿ ਲਈਏ ਵੀ ਪਹਿਲਾਂ ਤਰਜੀਹ ਦੇਣੀ ਆ, ਉਹ ਦੇਣੀ ਆ ਅੱਜ ਕਿਸਾਨੀ ਨੂੰ ਜਾਂ ਸਾਡੀ ਜ਼ਮੀਨ ਨੂੰ। ਜ਼ਮੀਨ ਨੂੰ ਜਦੋਂ ਤਰਜੀਹ ਦੇਣੀ ਆ ਤਾਂ ਜ਼ਮੀਨ ਤਾਂ ਹੀ ਬਚੂਗੀ ਜਾਂ ਸਾਡੀ ਕਿਸਾਨੀ ਤਾਂ ਹੀ ਬਚੂਗੀ ਜੇ ਅਸੀਂ ਇਸ ਗੱਲ ਨੂੰ ਮੂਲ ਰੂਪ 'ਚ ਸਮਝ ਲਈਏ ਵੀ ਜਦੋਂ ਤੱਕ ਪੰਜਾਬ ਕੋਲੇ ਪੰਜਾਬ ਪੱਖੀ, ਪੰਜਾਬ ਕੇਂਦਰਿਤ ਇੱਕ ਕਿਸਾਨੀ ਦਾ ਮਾਡਲ ਨਹੀਂ ਆ ਤੇ ਉਸ ਮਾਡਲ ਨੂੰ ਸਾਡੀ ਸਰਕਾਰ ਲਾਗੂ ਨਹੀਂ ਕਰਦੀ, ਉਦੋਂ ਤੱਕ ਪੰਜਾਬ ਦੀ ਕਿਸਾਨੀ ਜਾਂ ਸਾਡੇ ਹੱਥਾਂ 'ਚ ਜ਼ਮੀਨ ਜਾਂ ਕਹਿ ਲਈਏ ਵੀ ਅਸੀਂ ਆਪਦੀਆਂ ਜ਼ਮੀਨਾਂ ਵਾਹਾਂਗੇ, ਉਹ ਨਹੀਂ ਬਚਣਾ। ਕਿਉਂਕਿ ਜਿਹੜਾ ਪੁਰਾਣਾ ਮਾਡਲ ਵੀ ਆ ਉਹ ਵੀ ਕੋਈ ਬਾਹਲਾ ਸਿਖਾਵਾਂ ਨਹੀਂ ਸੀ। ਹਾਲਾਂਕਿ ਉਸ ਮਾਡਲ ਨੇ ਸਾਨੂੰ ਕਿੰਨੀਆਂ ਖੁਦਕੁਸ਼ੀਆਂ, ਕਿੰਨੇ ਕਰਜ਼ੇ, ਅੱਜ ਮੈਨੂੰ ਲੱਗਦਾ ਹਰ ਕਿਸਾਨ ਕਰਜ਼ੇ ਹੇਠ ਆ। ਸੋ ਇਹਦਾ ਮਤਲਬ ਉਸ ਮਾਡਲ 'ਚ ਹੀ ਬਹੁਤ ਵੱਡੀ ਘਾਟ ਸੀ। ਅਤੇ ਹੁਣ ਅੱਜ ਅਸੀਂ ਜਦੋਂ ਕਹਿ ਰਹੇ ਹਾਂ ਕਾਨੂੰਨ ਵਾਪਸ ਲਓ, ਇਹਦਾ ਇੱਕ ਮਕਸਦ ਇਹ ਵੀ ਆ ਜਾਂ ਇੱਕ ਮਤਲਬ ਇਹਦਾ ਇਹ ਵੀ ਆ ਵੀ ਉਸ ਮਾਡਲ ਨੂੰ ਅਸੀਂ ਕਹਿ ਰਹੇ ਹਾਂ ਵੀ ਉਹ ਮਾਡਲ ਹੀ ਠੀਕ ਸੀ। ਹਾਲਾਂਕਿ ਉਹ ਮਾਡਲ ਵੀ ਠੀਕ ਨਹੀਂ ਆ, ਇਹ ਗੱਲ ਸਾਨੂੰ ਮੰਨਣੀ ਪਊ। ਜੇ ਉਹ ਮਾਡਲ ਠੀਕ ਨਹੀਂ ਆ ਅਤੇ ਸਾਨੂੰ ਪੰਜਾਬ ਨੂੰ ਜਾਂ ਸਾਡੇ ਜਿਹੜੇ ਇੱਥੋਂ ਦੇ ਐਗਰੋ ਇਕੋਨਮਿਸਟ ਆ, ਪੰਜਾਬ ਦੇ ਲੋਕ ਆ ਜਾਂ ਪੰਜਾਬ ਦੇ ਐਲੀਟ ਇੰਟਲੈਕਚੁਅਲ ਲੋਕ ਆ, ਜਿਨ੍ਹਾਂ ਨੂੰ ਆਪਾਂ ਬੁੱਧੀਜੀਵੀ ਕਹਿੰਦੇ ਆ, ਉਹਨਾਂ ਨੂੰ ਮਿਲ ਕੇ ਮੰਥਨ ਕਰਕੇ ਇੱਕ ਪੰਜਾਬ ਪੱਖੀ ਐਗਰੀਕਲਚਰ ਜਾਂ ਐਗਰੇਰੀਅਨ ਮਾਡਲ ਉਹ ਨਵਾਂ ਸਿਰਜਣਾ ਪਊਗਾ। ਉਸ ਸਿਰਜੇ ਹੋਏ ਮਾਡਲ 'ਤੇ ਸਾਨੂੰ ਆਪਦੀ ਪੋਲੀਟੀਕਲ ਸਟਰਗਲ ਕਰਨੀ ਪਊਗੀ ਵੀ ਇਹਨੂੰ ਲਾਗੂ ਕਰੋ ਪੰਜਾਬ 'ਚ। ਸਾਡੀ ਅਗਲੀ ਸੇਧ ਤਾਂ ਇਹ ਆ ਇਸ ਟਾਈਮ, ਔਰ ਇਹੀ ਹੋਣੀ ਚਾਹੀਦੀ ਆ। ਇਹਦੇ ਵਿੱਚ ਦੋ ਤਿੰਨ ਚਾਰ ਗੱਲਾਂ ਸਮਝਦੇ ਹਾਂ ਆਪਾਂ। ਸਾਡੇ ਕੋਲੇ ਇਹ ਮਾਡਲ 1849 ਤੱਕ ਸੀਗਾ, ਜਦੋਂ ਪੰਜਾਬ 'ਚ ਸਾਡਾ ਆਪਦਾ ਰਾਜ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਸ ਵੇਲੇ ਪੰਜਾਬ ਦੀ ਕਿਸਾਨੀ ਆਤਮ ਨਿਰਭਰ ਸੀ। ਉਸ ਮਾਡਲ ਨੂੰ ਜੇ ਆਪਾਂ ਪੜ੍ਹਾਂਗੇ, ਉਹਦੀਆਂ ਲੀਹਾਂ ਪੈੜਾਂ ਹਜੇ ਵੀ ਪਈਆਂ। ਉਸ ਵੇਲੇ ਪੰਜਾਬ ਦੀ ਕਿਸਾਨੀ ਜਾਂ ਪੰਜਾਬ ਦੇ ਲੋਕ ਆਪਦੀਆਂ ਲੋੜਾਂ ਆਪਦੇ ਖਿੱਤੇ 'ਚੋਂ ਹੀ, ਚਾਹੇ ਸਬਜ਼ੀ ਹੋਵੇ, ਚਾਹੇ ਕੋਈ ਅਨਾਜ ਹੋਵੇ, ਚਾਹੇ ਸਾਡੇ ਲੀੜੇ ਕੱਪੜੇ ਦੀ ਕੋਈ ਗੱਲ ਹੋਵੇ, ਸਭ ਕੁਝ ਆਪਦੇ ਖਿੱਤੇ 'ਚੋਂ ਪੂਰਾ ਕਰ ਲੈਂਦੇ ਸੀ। ਪੰਜਾਬ 'ਚ ਇੱਕ ਆਤਮ ਨਿਰਭਰਤਾ ਸੀਗੀ, ਔਰ ਉਹ ਆਤਮ ਨਿਰਭਰਤਾ ਉਦੋਂ ਹੀ ਆ ਸਕਦੀ ਆ ਜਦੋਂ ਤੁਹਾਡੀ ਲੀਡਰਸ਼ਿਪ ਦੀ ਫਸਟ ਪ੍ਰਾਇਰਿਟੀ ਇਹ ਹੋਵੇ ਵੀ
ਅਸੀਂ ਮੈਂ ਆਪਦੇ ਲੋਕਾਂ ਬਾਰੇ ਪਹਿਲਾਂ ਸੋਚਣਾ, ਉਹਨਾਂ ਨੂੰ ਤਰਜੀਹ ਪਹਿਲਾਂ ਦੇਣੀ ਆ। ਜਿਹੜੀ ਨੀਤੀ ਘੜਨੀ ਆ ਉਹ ਇੱਥੋਂ ਦੇ ਲੋਕਾਂ ਨੂੰ ਸੋਚ ਕੇ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਘੜਨੀ ਆ। ਸਾਡੇ ਤੋਂ ਸਭ ਤੋਂ ਪਹਿਲਾਂ ਮਾਡਲ ਖੁੱਸਿਆ ਜਦੋਂ ਅੰਗਰੇਜ਼ ਰਾਜ 'ਚ ਆਏ। ਉਹਨਾਂ ਨੇ ਆਪਦੇ ਹਿਸਾਬ ਨਾਲ, ਆਪਦੇ ਵਪਾਰ ਦੇ ਹਿਸਾਬ ਨਾਲ ਇੱਕ ਨਵਾਂ ਮਾਡਲ, ਖੇਤੀ ਦਾ ਮਾਡਲ ਸਾਡੇ ਇੱਥੇ ਲਾਗੂ ਕੀਤਾ, ਜਿਹਦੇ 'ਚ ਜਿਵੇਂ ਜਿਵੇਂ ਉਹਨਾਂ ਨੇ ਟੈਕਸ ਲਾਏ, ਜਿਵੇਂ ਜਿਵੇਂ ਉਹਨਾਂ ਨੇ ਫਸਲਾਂ ਬੀਜਣ 'ਤੇ ਜਾਂ ਫਸਲਾਂ ਦਾ ਵਪਾਰੀਕਰਨ ਸਾਨੂੰ ਦਿੱਤਾ, ਉਹ ਮਾਡਲ ਸਾਡੇ ਤੋਂ ਪੰਜਾਬ ਪੱਖੀ ਮਾਡਲ ਉੱਥੋਂ ਸਾਡੇ ਹੱਥੋਂ ਨਿਕਲ ਗਿਆ। ਅੰਗਰੇਜ਼ਾਂ ਨੇ ਹਕੂਮਤ ਕੀਤੀ ਅਤੇ ਉਹ ਜਿਹੜਾ ਉਸ 100 ਸਾਲਾਂ 'ਚ ਪੰਜਾਬ ਕੋਲੇ ਆਪਦਾ ਖੇਤੀ ਦਾ ਮਾਡਲ ਆ ਉਹ ਨਿਕਲ ਗਿਆ ਹੱਥੋਂ, ਅਤੇ ਜਿਹੜਾ ਮਾਡਲ ਅੰਗਰੇਜ਼ਾਂ ਨੇ ਦਿੱਤਾ ਅਸੀਂ ਉਸ ਮਾਡਲ 'ਤੇ ਖੇਤੀ ਕਰਨ ਲੱਗ ਗਏ। ਉਸ ਵੇਲੇ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦਿੱਲੀ ਸਰਕਾਰ ਹੋਂਦ 'ਚ ਆਈ। ਦਿੱਲੀ ਸਰਕਾਰ ਦਾ ਸਭ ਤੋਂ ਵੱਡਾ ਇੱਕ ਜਿਹੜਾ ਟੀਚਾ ਰਿਹਾ ਵੀ ਪਾਵਰ ਨੂੰ ਕੇਂਦਰਿਤ ਕਰੀਏ, ਸੈਂਟਰਲਾਈਜ਼ ਕਰੀਏ, ਇੱਕ ਜਗ੍ਹਾ 'ਤੇ ਇਕੱਠੀ ਕਰੀਏ। ਜਦੋਂ ਸਰਕਾਰ ਨੇ ਪਾਵਰ ਨੂੰ ਕੇਂਦਰਿਤ ਕਰਨਾ, ਪਾਵਰ ਦੇ ਵਿੱਚ ਇਕੋਨਮੀ ਜਾਂ ਵਪਾਰ ਇੱਕ ਬਹੁਤ ਵੱਡਾ ਹਿੱਸਾ ਇਹ ਆਉਂਦਾ। ਕਿਸੇ ਵੀ ਪਾਵਰ ਨੂੰ ਉੱਥੋਂ ਦੀ ਇਕੋਨਮੀ ਤੇ ਉਹਨਾਂ ਦਾ ਗਲਬਾ, ਡੋਮੀਨੇਸ਼ਨ ਹੋਣੀ ਬੜੀ ਜ਼ਰੂਰੀ ਆ। ਸੋ ਜਦੋਂ ਪਾਵਰ ਨੂੰ ਕੇਂਦਰਿਤ ਕੀਤਾ ਗਿਆ ਤੇ ਨਾਲ ਨਾਲ ਵਪਾਰ ਨੂੰ ਵੀ ਕੇਂਦਰਿਤ ਕਰ ਲਿਆ। ਅੱਜ ਅਸੀਂ ਜਿੱਥੇ ਬੈਠੇ ਹਾਂ, ਪੰਜਾਬ ਸਰਕਾਰ ਕੋਲੇ ਜਿਹੜੇ ਡਿਪਾਰਟਮੈਂਟ 'ਚੋਂ ਰੈਵਨਿਊ ਇਕੱਠਾ ਹੁੰਦਾ, ਜਿਹਦੇ ਤੋਂ ਰੈਵਨਿਊ ਅਰਨ ਕਰਦੇ ਆ ਜਾਂ ਇਹ ਕਹਿ ਲਓ ਵੀ ਪੈਸੇ ਅਰਨ ਕਰਦੇ ਆ, ਉਹ ਕੋਈ ਡਿਪਾਰਟਮੈਂਟ ਨਹੀਂ ਆ, ਉਹ ਸਾਰੇ ਕੇਂਦਰ ਕੋਲੇ ਆ। ਜਿੱਥੇ ਖਰਚੇ ਕਰਨੇ ਹੁੰਦੇ ਆ ਉਹ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੇ ਆ। ਸੋ ਇਹੀ ਹਾਲ ਖੇਤੀ ਦਾ ਜਿਹੜਾ ਮਾਡਲ ਦਿੱਤਾ ਹੋਇਆ ਉਹ ਸੈਂਟਰਲ ਮਾਡਲ ਆ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲੇ ਗ੍ਰੀਨ ਰੈਵੋਲੂਸ਼ਨ ਆ। ਜਦੋਂ ਕੇਂਦਰ ਨੂੰ ਇਹ ਗੱਲ ਲੱਗੀ ਵੀ ਅੱਜ ਦੇਸ਼ ਨੂੰ ਅਨਾਜ ਦੀ ਜ਼ਰੂਰਤ ਆ, ਤਾਂ ਸਾਰੇ ਪੰਜਾਬ ਨੂੰ ਚੁਣ ਕੇ ਸਾਨੂੰ ਝੋਨੇ ਤੇ ਕਣਕ ਤਾਈਂ ਲਾਤਾ ਤੇ ਅਸੀਂ ਉਧਰ ਨੂੰ ਹੀ ਤੁਰ ਪਏ। ਸਾਡੇ ਕੋਲੇ ਬਾਕੀ ਜਿਹੜੀਆਂ ਰਵਾਇਤੀ ਫਸਲਾਂ ਸੀ ਜਾਂ ਉਹਨਾਂ ਦਾ ਜਿਵੇਂ ਮੰਡੀਕਰਨ ਹੁੰਦਾ ਸੀ, ਸਾਡਾ ਵਪਾਰ ਸੀ, ਅਸੀਂ ਉਹ ਭੁੱਲ ਗਏ। ਸੋ ਪੰਜਾਬ ਦੇ ਐਗਰੇਰੀਅਨ ਜਿਹੜਾ ਇੱਕ ਮਾਡਲ ਸੀ, ਦੇਖੋ ਸਾਡੇ ਕੋਲੇ ਇਹ ਗੱਲ ਨੂੰ ਸਮਝੀਏ, ਸਾਡੇ ਕੋਲੇ ਸਾਡੇ ਹਿਊਮਨ ਰਿਸੋਰਸਿਸ ਤੇ ਨੈਚੁਰਲ ਰਿਸੋਰਸਿਸ ਹਜੇ ਵੀ ਪਏ ਆ। ਹਜੇ ਵੀ ਅਸੀਂ ਉਹਨਾਂ ਰਿਸੋਰਸਿਸ ਦੇ ਨਾਲ ਇੱਕ ਪੰਜਾਬ ਪੱਖੀ, ਪੰਜਾਬ ਨੂੰ ਕੇਂਦਰਿਤ ਰੱਖ ਕੇ, ਸਾਡੀਆਂ ਲੋੜਾਂ ਨੂੰ ਕੇਂਦਰਿਤ ਰੱਖ ਕੇ ਉਹਨੂੰ ਪੰਜਾਬ ਪੱਖੀ ਇੱਕ ਸੈਂਟਰਲ ਮਾਡਲ ਉਸਾਰ ਸਕਦੇ ਹਾਂ ਅਤੇ ਉਹਨੂੰ ਲਾਗੂ ਵੀ ਕਰਾ ਸਕਦੇ ਹਾਂ। ਸਾਡੀ ਇਹ ਸਟਰਗਲ ਅੱਜ ਦੀ ਡੇਟ 'ਚ। ਸੋ ਇਸ ਕਰਕੇ ਸਭ ਤੋਂ ਵੱਡੀ ਜ਼ਰੂਰਤ ਸਾਨੂੰ ਪਹਿਲਾਂ, ਕਿਉਂਕਿ ਇਹ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਨੂੰ ਵੀ ਇਹ ਗੱਲ ਸਮਝ ਆ ਚੁੱਕੀ ਆ ਵੀ ਸਾਡੇ ਕੋਲੇ ਜਿਹੜਾ ਖੇਤੀਬਾੜੀ ਦਾ ਸਾਡਾ ਮਾਡਲ ਆ, ਉਹ ਮਾਡਲ ਹੀ ਸਸਟੇਨੇਬਲ ਨਹੀਂ ਆ। ਉਹ ਮਾਡਲ ਫੇਲ ਹੋ ਚੁੱਕਿਆ, ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਉਸ ਮਾਡਲ ਦੇ ਫੇਲ ਹੋਣ ਕਾਰਨ ਵਸ ਹੀ ਇਹ ਸਿਚੁਏਸ਼ਨ ਆਈ ਆ ਤੇ ਨਵੇਂ ਲਾਅ ਆਏ ਆ। ਜੇ ਪੰਜਾਬ ਨੇ ਬਚਣਾ, ਸਾਡੀ ਖੇਤੀ ਨੇ ਬਚਣਾ, ਤਾਂ ਸਾਨੂੰ ਪੰਜਾਬ ਸੈਂਟਰਲ ਖੇਤੀਬਾੜੀ ਮਾਡਲ ਇੱਕ ਆਪਦਾ ਨਵਾਂ ਲੱਭਣਾ ਪਊਗਾ, ਕ੍ਰੀਏਟ ਕਰਨਾ ਪਊਗਾ। ਉਹਨਾਂ ਪੈੜਾਂ 'ਤੇ ਕ੍ਰੀਏਟ ਕਰਨਾ ਪਊਗਾ ਜਿਹੜੀਆਂ ਅਸੀਂ ਕਿਹਾ ਵੀ 1849 'ਚ ਜਦੋਂ ਤੱਕ ਸਾਡੇ ਕੋਲੇ ਆਪਦਾ ਇੱਕ ਪੰਜਾਬ ਪੱਖੀ ਖੇਤੀਬਾੜੀ ਮਾਡਲ ਸੀ। ਕਿਉਂਕਿ ਧਰਤੀ ਵੀ ਉਹੀ ਆ, ਪਾਣੀ ਵੀ, ਦਰਿਆ ਵੀ, ਹਿਊਮਨ ਰਿਸੋਰਸਿਸ ਵੀ, ਸਕਿੱਲ ਵੀ ਸਾਡੇ 'ਚ ਉਹੀ ਆ। ਉਦੋਂ ਵੀ ਖੇਤੀ ਕਰਦੇ ਸੀ, ਅੱਜ ਤਾਂ ਬਲਕਿ ਸਾਡੇ ਕੋਲੇ ਮਸ਼ੀਨਾਂ ਵੀ ਆ। ਇਸ ਤਰ੍ਹਾਂ ਇਸ ਲੈਵਲ ਤੱਕ ਮਸ਼ੀਨੀਕਰਨ ਵੀ ਨਹੀਂ ਹੋਇਆ ਸੀ। ਪਰ ਜਦੋਂ ਆਪਾਂ ਪੰਜਾਬ ਪੱਖੀ ਜਾਂ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਦੀ ਗੱਲ ਕਰਦੇ ਹਾਂ, ਉਹਦੇ 'ਚ ਸਾਨੂੰ ਸਾਡੇ ਵਾਤਾਵਰਨ, ਜਿਹਦੇ 'ਚ ਪਾਣੀ, ਸਾਡੀ ਮਿੱਟੀ, ਸਾਡੀ ਆਬੋ ਹਵਾ, ਇਹਦਾ ਵੀ ਧਿਆਨ ਰੱਖਣਾ ਪਊਗਾ ਅਤੇ ਸਾਨੂੰ ਸਾਡੇ ਕਲਚਰਲ ਸੱਭਿਆਚਾਰ ਦਾ ਵੀ ਧਿਆਨ ਰੱਖਣਾ ਪਊਗਾ ਅਤੇ ਸੋਸ਼ਲ ਨੀਡਸ ਦਾ ਵੀ ਧਿਆਨ ਰੱਖਣਾ ਪਊਗਾ। ਕੱਲੀਆਂ ਫਸਲਾਂ ਕਣਕ ਅਤੇ ਝੋਨਾ ਹੀ ਨਹੀਂ ਹੁੰਦੀਆਂ, ਜਾਂ ਮੰਡੀ ਇਸ ਦੇਸ਼ 'ਚ ਜਾਂ ਇਸ ਦੁਨੀਆ 'ਚ ਇਹਨਾਂ ਦੋਨਾਂ ਫਸਲਾਂ ਦੀ ਨਹੀਂ ਆ, ਹੋਰ ਵੀ ਬਹੁਤ ਫਸਲਾਂ ਦੀ ਮੰਡੀ ਹੈਗੀ ਆ, ਡਿਮਾਂਡ ਹੈਗੀ ਆ। ਪਰ ਅਸੀਂ ਆਪਦੇ ਨੈਚੁਰਲ ਰਿਸੋਰਸਿਸ ਨੂੰ ਸਮਝ ਕੇ ਜੇ ਅਸੀਂ ਨਵਾਂ ਕੋਈ ਮਾਡਲ ਉਸਾਰਾਂਗੇ ਤਾਂ ਪੰਜਾਬ ਦੀ ਕਿਸਾਨੀ ਬਚੂਗੀ, ਅਦਰਵਾਈਜ਼ ਪੰਜਾਬ ਦੀ ਕਿਸਾਨੀ ਦਾ ਹੱਲ ਹੈ ਨਹੀਂ। ਸੋ ਸਾਡਾ ਅਗਲਾ ਜਿਹੜਾ ਆਪਣਾ ਸਟੈਪ ਹੋਣਾ ਚਾਹੀਦਾ, ਸ਼ਹਿਰਾਂ 'ਚ ਜਾ ਕੇ, ਕਸਬਿਆਂ 'ਚ ਜਾ ਕੇ ਲੋਕਾਂ ਨਾਲ ਬੈਠ ਕੇ, ਸਟੇਜਾਂ ਤੋਂ ਨਹੀਂ, ਲੋਕਾਂ ਨਾਲ ਡਿਸਕਸ਼ਨਸ ਕਰਕੇ ਵੀ ਦੱਸੋ, ਤੁਹਾਡੇ ਸੁਝਾਅ ਦਿਓ,
ਆਪਦੀ ਪਾਵਰ ਪਛਾਣੋ, ਤੁਹਾਡੇ ਸੁਝਾਅ ਦਿਓ। ਪੰਜਾਬ ਕੋਲੇ ਇੱਕ ਆਪਦਾ 73 ਸਾਲਾਂ 'ਚ ਅਸੀਂ ਆਪਦਾ ਇੱਕ ਮਾਡਲ ਹੀ ਨਹੀਂ ਲੱਭ ਸਕੇ ਵੀ ਹੁਣ 73 ਸਾਲ ਹੋ ਗਏ ਆਜ਼ਾਦੀ ਨੂੰ, ਹੁਣ ਅਸੀਂ ਆਪਦਾ ਇਸ ਖਿੱਤੇ ਦਾ ਇੱਕ ਐਗਰੀਕਲਚਰਲ ਮਾਡਲ ਹੀ ਲੱਭੀਏ ਅਤੇ ਉਹਨੂੰ ਲਾਗੂ ਕਰਾਈਏ। ਸਰਕਾਰ ਨੂੰ ਕਹੀਏ ਵੀ ਆਹ ਮਾਡਲ ਸਾਡੇ ਲਾਗੂ ਕਰ ਦਿਓ, ਅਸੀਂ ਖੁਸ਼ ਹਾਂ। ਸਾਨੂੰ ਇਹਦੇ ਲਈ ਇੱਕ ਪੋਲੀਟੀਕਲ ਸਟਰਗਲ ਕਰਨੀ ਪਊਗੀ। ਜੇ ਅਸੀਂ ਇਹ ਨਹੀਂ ਕਰਦੇ ਤੇ ਸਾਡੇ ਮਸਲਿਆਂ ਦੇ, ਕਿਸਾਨੀ ਮਸਲਿਆਂ ਦੇ, ਤਾਂ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਨਹੀਂ ਹੁੰਦੇ। ਇਹ ਤਾਂ ਪਹਿਲਾ ਸਟੈਪ ਆ। ਆਪਾਂ ਜਾ ਕੇ ਉਹਨਾਂ ਨਾਲ ਡਿਸਕਸ਼ਨ ਕਰੀਏ, ਮੰਥਨ ਕਰੀਏ, ਮੰਥਨ ਕਰਨ ਤੋਂ ਬਾਅਦ ਇੱਕ ਡਾਕੂਮੈਂਟ ਕ੍ਰੀਏਟ ਕਰੀਏ ਵੀ ਆਹ ਪੰਜਾਬ ਦਾ ਖੇਤੀਬਾੜੀ ਮਾਡਲ ਹੋਣਾ ਚਾਹੀਦਾ ਜੀ। ਇਸ ਖੇਤੀਬਾੜੀ ਮਾਡਲ 'ਤੇ ਹੁਣ ਸਰਕਾਰ ਗੌਰ ਕਰੇ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਖੇਤੀਬਾੜੀ ਮਾਡਲ ਨੂੰ ਲਾਗੂ ਕਰਾਵੇ। ਫਿਰ ਪੰਜਾਬ ਦੇ ਕਿਸਾਨੀ ਮਸਲੇ, ਆਪਾਂ ਕਹੀਏ ਵੀ ਇੱਥੇ ਖੁਦਕੁਸ਼ੀਆਂ ਰੁਕਣ, ਜਾਂ ਈਵਨ ਹਰਿਆਣੇ ਦੇ ਜਿਹੜੇ ਸਟੇਟ ਜਾਂ ਸੂਬਿਆਂ 'ਚ ਸਾਡੇ ਮਸਲਿਆਂ ਦੇ ਨਾਲ ਸੰਬੰਧਿਤ ਮਸਲੇ ਆ ਖੇਤੀਬਾੜੀ ਦੇ, ਉਹਨਾਂ ਦੇ ਮਸਲੇ ਹੱਲ ਹੋ ਸਕਦੇ ਆ। ਪਰ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਨੂੰ ਪਹਿਲਾਂ ਸਾਨੂੰ ਧਿਆਨ 'ਚ ਰੱਖਣਾ ਪਊਗਾ, ਤਰਜੀਹ ਦੇਣੀ ਪਊਗੀ ਇਸ ਖਿੱਤੇ ਨੂੰ। ਸੋ ਪਹਿਲੀ ਗੱਲ ਤਾਂ ਇੱਥੇ ਆਉਂਦੀ ਆ। ਹੁਣ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਕੀ ਆ, ਇਹ ਤਾਂ ਤਿਆਰ ਕਰ ਲਾਂਗੇ ਆਪਾਂ। ਤਿਆਰ ਕਰਨਾ, ਲੋਕਾਂ ਨਾਲ ਜਾ ਕੇ ਗੱਲਬਾਤ ਕਰਨੀ, ਮੰਥਨ ਕਰਕੇ ਇੱਕ ਮਾਡਲ ਕ੍ਰੀਏਟ ਕਰਨਾ, ਇਹ ਕੋਈ ਬੜਾ ਵੱਡਾ ਚੈਲੰਜ ਨਹੀਂ ਆ। ਚੈਲੰਜ ਜਿੱਥੇ ਆ ਉਹ ਸਮਝਦੇ ਆ। ਚੈਲੰਜ ਆ ਇਹਨੂੰ ਲਾਗੂ ਕਰਾਉਣਾ। ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਨਵਾਂ ਖੇਤੀਬਾੜੀ ਦਾ ਮਾਡਲ ਲਾਗੂ ਕਰਾਓ, ਲਾਗੂ ਕਰਾਓ ਕਿਤੋਂ? ਦਿੱਲੀ ਸਰਕਾਰ ਤੋਂ। ਪਾਵਰ ਕਿਹਦੇ ਕੋਲੇ ਆ? ਸਾਰੀ ਦਿੱਲੀ ਸਰਕਾਰ ਕੋਲੇ। ਔਰ ਸਟੇਟ ਸਰਕਾਰ ਕਹਿ ਦਿੰਦੀ ਆ ਵੀ ਸਾਡੇ ਕੋਲੇ ਤਾਂ ਪਾਵਰ ਹੀ ਹੈ ਨਹੀਂ, ਅਸੀਂ ਤਾਂ ਨੀਤੀਆਂ ਘੜ ਹੀ ਨਹੀਂ ਸਕਦੇ। ਅਸੀਂ ਨੀਤੀਆਂ ਘੜ ਵੀ ਲਈਏ ਤਾਂ ਉਹਨੂੰ ਲਾਗੂ ਨਹੀਂ ਕਰਾ ਸਕਦੇ। ਕੱਲ੍ਹ ਸਾਡੇ ਕੋਲੇ ਪ੍ਰਤੱਖ ਐਗਜ਼ਾਮਪਲ ਆ, ਕੈਪਟਨ ਸਾਹਿਬ ਮਿਲਣ ਗਏ ਸਾਡੇ ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਉਹਨਾਂ ਨੂੰ ਮਿਲਣ ਤੋਂ ਮਨਾ ਕਰਤਾ। ਸੋ ਇੱਕ ਸਟੇਟ ਦਾ CM, ਔਰ ਉਹ ਸਟੇਟ 'ਚ ਐਡਾ ਵੱਡਾ ਉਭਾਰ, ਐਡੇ ਵੱਡਾ ਅੰਦੋਲਨ ਚੱਲ ਰਿਹਾ, ਲੋਕ ਸੜਕਾਂ 'ਤੇ ਬੈਠੇ ਆ, CM ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲਣ ਜਾਂਦਾ ਤੇ CM ਨੂੰ ਮਨਾ ਕਰ ਦਿੱਤਾ ਜਾਂਦਾ। ਹੁਣ ਗੱਲ ਇੱਥੇ ਪਈ ਆ। ਜਦੋਂ ਅਸੀਂ ਇੱਕ ਮਾਡਲ ਤਿਆਰ ਕਰ ਲਈਏ ਤੇ ਉਸ ਮਾਡਲ ਨੂੰ ਪੰਜਾਬ ਸਰਕਾਰ ਨੂੰ ਕਹੀਏ, ਪੰਜਾਬ ਸਰਕਾਰ ਤਾਂ ਹੱਥ ਖੜੇ ਕਰ ਜੂ ਵੀ ਸਾਡੇ ਕੋਲੇ ਤਾਂ ਨਾ ਪਾਵਰ ਆ, ਨਾ ਰਿਸੋਰਸਿਸ ਆ, ਨਾ ਪੋਲੀਟੀਕਲ ਸਾਡੀ ਕੋਈ ਇੱਕ ਸਟੈਂਡਿੰਗ ਆ ਇਸ ਵੇਲੇ ਇਸ ਦੇਸ਼ 'ਚ ਵੀ ਅਸੀਂ ਇਹਨੂੰ ਲਾਗੂ ਕਰਾ ਸਕੀਏ। ਸੋ ਇਹਦਾ ਮਤਲਬ ਲਾਗੂ ਕੌਣ ਕਰਾਵੇ? ਲਾਗੂ ਤਾਂ ਜਦੋਂ ਕੋਈ ਇੱਕ ਪੋਲੀਟੀਕਲ ਸਟਰਗਲ ਬਣ ਗਈ ਨਾ, ਇਹ ਤਾਂ ਦਿੱਲੀ ਸਰਕਾਰ ਤੋਂ ਲਾਗੂ ਕਰਾਉਣਾ ਤਾਂ ਪੋਲੀਟੀਕਲ ਸਟਰਗਲ ਬਣ ਗਈ। ਲਾਗੂ ਤਾਂ ਕੋਈ ਪੋਲੀਟੀਕਲ ਧਿਰ ਹੀ ਕਰਾ ਸਕਦੀ ਆ। ਸੋ ਉਹ ਧਿਰ ਪੰਜਾਬ ਕੋਲੇ ਹੈ ਨਹੀਂ, ਅਸੀਂ ਅੱਜ ਤੱਕ ਪੈਦਾ ਹੀ ਨਹੀਂ ਕਰ ਸਕੇ। ਅਸੀਂ ਕਹਿੰਦੇ ਹਾਂ ਪਾਰਟੀਆਂ ਬਣਦੀਆਂ, ਉਹ ਜਿੱਤਦੇ ਨਹੀਂ, ਉਹ ਲੜ ਪੈਂਦੇ ਆ, ਪਰ ਪ੍ਰੋਬਲਮ ਅੱਜ ਤੱਕ ਪੰਜਾਬ ਕੋਲੇ ਆਪਦੀ ਸਿਆਸਤ ਹੀ ਨਹੀਂ ਅਸੀਂ ਘੜ ਸਕੇ। ਕੋਈ ਇੱਕ ਪਾਰਟੀ ਇਹ ਕਹਿ ਦੇ ਵੀ ਅਸੀਂ ਨਿਰੋਲ ਪੰਜਾਬ ਦੀ ਸਿਆਸਤ ਕੀਤੀ ਆ। ਕੋਈ ਚਾਹੇ ਉਹ ਅਕਾਲੀ ਦਲ ਤੋਂ ਲੈ ਕੇ, ਕਾਂਗਰਸ ਤੋਂ ਲੈ ਕੇ, ਆਪ ਤੋਂ ਲੈ ਕੇ, ਜਿਹੜੀਆਂ ਇਹ ਰਵਾਇਤੀ ਪੋਪੂਲਰ ਪਾਰਟੀਆਂ ਪੰਜਾਬ 'ਚ, ਵੀ ਅਸੀਂ ਨਿਰੋਲ ਪੰਜਾਬ ਦੀ ਸਿਆਸਤ ਕੀਤੀ ਆ। ਪੰਜਾਬ ਦੀ ਸਿਆਸਤ ਤੋਂ ਭਾਵ ਇਹ ਆ ਵੀ ਜਿਹੜੀਆਂ ਪੰਜਾਬ ਦੀਆਂ ਲੋੜਾਂ ਔਰ ਸੰਵਿਧਾਨਕ ਲੋੜਾਂ, ਆਪਾਂ ਕੌਂਸਟੀਟਿਊਸ਼ਨ ਦੇ ਡੋਮੇਨ ਤੋਂ ਨਹੀਂ ਬਾਹਰ ਜਾ ਰਹੇ, ਪੰਜਾਬ ਦੀਆਂ ਸੰਵਿਧਾਨਕ ਲੋੜਾਂ, ਉਹਨਾਂ ਦੀ ਹਮਾਇਤ ਕਰਕੇ ਆਪਦੀ ਪੋਲੀਟੀਕਲ ਏਜੰਡਾ ਤੇ ਤੈਅ ਕੇ ਕੀਤਾ ਹੋਵੇ ਕਿਸੇ ਪਾਰਟੀ ਨੇ। ਅੱਜ ਤੱਕ ਕੋਈ ਵੀ ਪਾਰਟੀ ਨਹੀਂ ਆ ਪੰਜਾਬ ਦੀ ਜਿਹਨੇ ਪੰਜਾਬ ਦੀਆਂ ਲੋੜਾਂ ਨੂੰ ਸਮਝ ਕੇ ਸੰਵਿਧਾਨਕ ਢੰਗ ਨਾਲ ਉਸ 'ਤੇ ਆਪਦਾ ਪੋਲੀਟੀਕਲ ਏਜੰਡਾ ਤੈਅ ਕਰਕੇ ਉਹਦੀ ਪੋਲੀਟਿਕਸ ਕੀਤੀ ਹੋਵੇ। ਪੋਲੀਟਿਕਸ ਤਾਂ ਇਹਨਾਂ ਨੇ ਜਿਹੜੀ ਕੀਤੀ ਉਹ ਆਪਦੇ ਨਿੱਜ ਦੀ ਕੀਤੀ ਆ, ਆਪਦੀਆਂ ਲੋੜਾਂ ਦੀ ਕੀਤੀ ਆ, ਪਰਸਨਲ ਕਹਿ ਲਓ ਜਾਂ ਪਾਰਟੀ ਤੱਕ ਸੀਮਤ ਕਹਿ ਲਓ। ਉਦੋਂ ਬਾਹਰ ਤਾਂ ਪੋਲੀਟਿਕਸ ਹੀ ਨਹੀਂ ਹੋਈ। ਜਾਂ ਤਾਂ ਵੋਟਾਂ ਕਿਵੇਂ ਵਧਾਉਣੀਆਂ, ਜਾਂ ਆਪਦਾ ਅਸੀਂ ਜ਼ਮੀਨ ਜਾਇਦਾਦ ਕਿਵੇਂ ਵਧਾਉਣੀ ਆ, ਗੱਲ ਇੱਥੋਂ ਤੱਕ ਹੀ ਰਹਿੰਦੀ ਹੈ ਇਹਨਾਂ ਕੋਲੇ। ਸੋ ਇਹਦਾ ਮਤਲਬ ਪੰਜਾਬ ਕੋਲੇ ਜੇ ਆਪਦੀ ਸਿਆਸਤ ਹੈ ਨਹੀਂ, ਸਾਨੂੰ ਆਪਦੀ ਸਿਆਸਤ ਘੜਨੀ ਪੈਣੀ ਆ। ਕਿਉਂਕਿ ਇਹ ਮਾਡਲ ਜੇ ਆਪਾਂ ਕਹਿ ਜਾਈਏ ਲਾਗੂ ਕਰਾ ਜਾਈਏ, ਜਾਂ ਸਿੱਖਿਆ ਦੀ ਨੀਤੀ ਲਾਗੂ ਕਰਾ ਜਾਈਏ, ਜਾਂ ਸਾਡੇ ਪਾਣੀਆਂ ਨਾਲ ਸੰਬੰਧਿਤ ਮਸਲੇ ਅਸੀਂ ਹੱਲ ਕਰਾ ਜਾਈਏ, ਜਾਂ
ਜਿਹੜੇ ਹਿਸਾਬ ਨਾਲ ਪੰਜਾਬ 'ਚ ਪ੍ਰਵਾਸ ਹੋ ਰਿਹਾ ਉਹਨੂੰ ਆਪਾਂ ਉਸ ਪ੍ਰਵਾਸ ਨੂੰ ਹੱਲ ਕਰ ਦਈਏ। ਇਹ ਨਹੀਂ ਹੱਲ ਹੋ ਸਕਦਾ ਜਦੋਂ ਤੱਕ ਪੰਜਾਬ ਕੋਲੇ ਆਪਦੇ ਫੈਸਲੇ ਲੈਣ ਦਾ ਹੱਕ ਹੈ ਨਹੀਂ। ਤੇ ਉਹ ਹੱਕ ਲੈਣਾ ਇੱਕ ਪੋਲੀਟੀਕਲ ਸਟਰਗਲ ਆ। ਸਾਡੀ ਇੱਕ ਪੋਲੀਟੀਕਲ ਆਪਾਂ ਇਹ ਕਹਿ ਲਈਏ ਧਿਰ ਉਹ ਸਟਰਗਲ ਕਰ ਸਕਦੀ ਆ, ਜਿਹਨੂੰ ਆਪਾਂ ਪੰਜਾਬ ਦੀ ਸਿਆਸਤ ਕਹਿ ਲਈਏ ਜਾਂ ਉਹਨੂੰ ਇਹ ਕਹਿ ਲਈਏ ਵੀ ਆਹ ਅੰਦੋਲਨ 'ਚੋਂ ਕੋਈ ਇੱਕ ਧਿਰ ਨਿਕਲੇ ਜਿਹੜੀ ਇਕੱਲੀ ਪੰਜਾਬ ਦੀ ਤੇ ਲੋਕਾਂ ਦੀ ਇਸ ਸਟਰਗਲ ਨੂੰ ਅੱਗੇ ਲਿਜਾ ਕੇ ਦਿੱਲੀ ਸਰਕਾਰ ਨਾਲ ਗੱਲ ਕਰੇ। ਹੁਣ ਅਸੀਂ ਕਰਦੇ ਕੀ ਰਹੇ ਹਾਂ? ਦੋ ਵਾਰੀ ਆਪਾਂ ਦੋਨਾਂ ਚੀਜ਼ਾਂ ਨੂੰ ਦੇਖਦੇ ਹਾਂ, ਦੋ ਡਿਫਰੈਂਟ ਪਹਿਲੂ ਆ ਇਹਦੇ। ਹਮੇਸ਼ਾ ਪੰਜਾਬ 'ਚ ਅੰਦੋਲਨ ਹੋਏ ਆ, ਅੰਦੋਲਨ 'ਚੋਂ ਨਿਕਲਦਾ ਕੀ ਅਸੀਂ ਕਹਿੰਦੇ ਹਾਂ ਬਰਗਾੜੀ ਵੇਲੇ ਵੀ ਸਾਡੇ ਨਾਲ ਆਏ ਹੋਇਆ, ਸਰਬੱਤ ਖਾਲਸਾ ਵੇਲੇ ਵੀ ਆਏ ਹੋਇਆ, ਉਦੋਂ ਪਹਿਲਾਂ ਵੀ ਸਾਡੇ ਨਾਲ ਆਏ ਹੋਇਆ। ਉਹ ਹੋਇਆ ਕਿਉਂ? ਕਿਉਂਕਿ ਲੋਕਾਂ ਦਾ ਅੰਦੋਲਨ ਹੁੰਦਾ, ਲੋਕ ਪੈਦਾ ਕਰਦੇ ਆ। ਲੋਕ ਅੰਦੋਲਨ ਆਪਦੇ ਹੱਥ 'ਚੋਂ ਦੇ ਕੇ ਤੇ ਕਿਸੇ ਆਗੂ ਨੂੰ ਦੇ ਦਿੰਦੇ ਆ। ਹੁਣ ਆਗੂ ਨੂੰ ਸਰਕਾਰਾਂ ਤੋੜ ਲੈਂਦੀਆਂ, ਉਹਦੇ ਤੇ ਪ੍ਰੈਸ਼ਰ ਪਾਉਂਦੀਆਂ। ਉਹ ਪ੍ਰੈਸ਼ਰ ਦੇ ਅਧੀਨ ਜਿਹੜਾ ਟੀਚਾ ਉਹ ਫਿਰ ਆਪਦੇ ਹਿਸਾਬ ਨਾਲ ਮਿੱਥ ਲੈਂਦਾ। ਇਹ ਅੱਜ ਜੇ ਆਪਾਂ ਮੰਡ ਸਾਹਿਬ ਨਾਲ ਵੀ ਗੱਲ ਕਰੀਏ ਨਾ, ਉਹ ਵੀ ਕਹਿ ਰਹੇ ਆ ਵੀ ਸਾਡੀ ਬਰਗਾੜੀ ਵਾਲੇ ਮੋਰਚੇ 'ਚ ਬਹੁਤ ਵੱਡੀ ਪ੍ਰਾਪਤੀ ਸੀ। ਹੋ ਸਕਦਾ ਉਹਨਾਂ ਨੂੰ ਇਹ ਗੱਲ ਸਹੀ ਲੱਗਦੀ ਹੋਵੇ, ਪ੍ਰਾਪਤੀ ਹੋਵੇ ਵੀ, ਪਰ ਆਮ ਤੌਰ ਤੇ ਜਿਹੜੀ ਸੰਗਤ 'ਚ ਲੋਕਾਂ 'ਚ ਇਹ ਗੱਲ ਆ ਗਈ ਵੀ ਬਰਗਾੜੀ ਵਾਲੇ ਮੋਰਚੇ 'ਚ ਕੁਛ ਨਹੀਂ ਨਿਕਲਿਆ ਯਾਰ। ਅਸੀਂ ਮਹੀਨਿਆਂ ਬੱਧੀ ਉਸ ਮੋਰਚੇ 'ਚ ਗਏ, ਮੋਰਚੇ 'ਚ ਸ਼ਮੂਲੀਅਤ ਵੀ ਦਿੱਤੀ, ਇੰਨਾ ਉਤਸ਼ਾਹ, ਪਰ ਨਿਕਲਿਆ ਫਿਰ ਵੀ ਕੁਛ ਨਹੀਂ। ਉਹ ਮਾਨਸਿਕਤਾ ਨੂੰ ਸਮਝਦੇ ਹਾਂ। ਅਸੀਂ ਉਸ ਮੋਰਚੇ 'ਚ ਸ਼ਮੂਲੀਅਤ ਦਿੱਤੀ, ਪਰ ਜਦੋਂ ਗੱਲਬਾਤ ਕੀਤੀ ਸਰਕਾਰਾਂ ਨੇ, ਉਹ ਗੱਲਬਾਤ ਕੀਤੀ ਆਗੂਆਂ ਨਾਲ, ਆਗੂਆਂ ਤੇ ਕੋਈ ਪ੍ਰੈਸ਼ਰ ਪਿਆ ਹੋਵੇ ਜਾਂ ਉਹਨਾਂ ਦੇ ਕੋਈ ਆਪਦੇ ਮਨਸੂਬੇ ਹੋਣ, ਉਹਨਾਂ ਨੇ ਜਿਹੜਾ ਟੀਚਾ ਲੋਕਾਂ ਦਾ ਨਹੀਂ ਸੀ ਉਹ ਆਪਦਾ ਕੋਈ ਟੀਚਾ ਬਣਾ ਕੇ ਉਹਨੂੰ ਪ੍ਰਾਪਤੀ ਮੰਨੀ ਬੈਠੇ ਆ। ਪਰ ਲੋਕਾਂ ਦਾ ਟੀਚਾ ਉਹ ਨਹੀਂ ਸੀ, ਲੋਕਾਂ ਦਾ ਟੀਚਾ ਕੁਝ ਹੋਰ ਸੀ। ਸੋ ਇਸ ਕਰਕੇ ਅਸੀਂ ਨਿਰਾਸ਼ ਹੋਏ, ਨਿਰਾਸ਼ਤਾ ਨਿਕਲੀ ਤੇ ਆਮ ਤੌਰ ਤੇ ਧਾਰਨਾ ਹੀ ਇਹ ਬਣ ਗਈ ਵੀ ਉਸ ਮੋਰਚੇ 'ਚ ਕੁਛ ਨਹੀਂ ਨਿਕਲਿਆ। ਦੂਜਾ ਜਿਹੜਾ ਸਿਨੈਰੀਓ ਬਣਦਾ, ਹਮੇਸ਼ਾ ਅੰਦੋਲਨ 'ਚੋਂ ਕੋਈ ਨਾ ਕੋਈ ਪੋਲੀਟੀਕਲ ਧਿਰ ਕੱਢ ਲੈਂਦੇ ਆਪਾਂ। ਇੱਕ ਮਨਪ੍ਰੀਤ ਨੇ ਆਪਦੀ ਪਾਰਟੀ ਬਣਾ ਲਈ, ਉਹਦਾ ਪੰਜਾਬ 'ਚ ਬੜਾ ਨਾਂ ਵੱਜਿਆ ਵੀ ਹੁਣ ਪੰਜਾਬ ਦੀ ਸਿਆਸਤ ਸੁਧਰੂਗੀ, ਕੁਛ ਨਹੀਂ ਹੋਇਆ। ਉਦੋਂ ਬਾਅਦ ਆਮ ਆਦਮੀ ਪਾਰਟੀ ਆਈ, ਉਹਨਾਂ ਦੀ ਇੱਕ ਬਹੁਤ ਲਹਿਰ ਉੱਠੀ ਵੀ ਹੁਣ ਪੰਜਾਬ ਦਾ ਕੁਛ ਨਾ ਕੁਛ ਬਣੂਗਾ, ਫਿਰ ਕੁਛ ਨਹੀਂ ਹੋਇਆ। ਉਹਦਾ ਕਿਉਂ ਕੁਛ ਨਹੀਂ ਹੋਇਆ ਇਹ ਗੱਲ ਆਪਾਂ ਸਮਝ ਲਈਏ। ਕਿਉਂਕਿ ਮਨਪ੍ਰੀਤ ਜਦੋਂ ਜਾਂ ਉਹਨਾਂ ਨੇ ਜਿਹੜੀ ਸਿਆਸਤ ਕੀਤੀ, ਉਸ ਵੇਲੇ ਉਹਨਾਂ ਨੇ ਇੱਕ ਛੋਟਾ ਜਿਹਾ ਸੁਪਨਾ ਦਿਖਾਇਆ ਵੀ ਮੈਂ ਪੰਜਾਬ 'ਚ ਸਾਫ਼ ਸੁਥਰੀ ਐਡਮਿਨਿਸਟ੍ਰੇਸ਼ਨ ਦੇਵਾਂਗਾ, ਇੱਕ ਸਾਫ਼ ਸੁਥਰੀ ਸਿਆਸਤ ਕਰੂੰਗਾ। ਲੋਕਾਂ ਨੇ ਗੱਲ ਸੁਣੀ ਵੀ ਹੋ ਸਕਦਾ ਸਿਆਸਤ ਸਾਫ਼ ਸੁਥਰੀ ਦੇ ਕੁਛ ਬਣ ਜੇ, ਪਰ ਬਣਿਆ ਕਿਉਂ ਨਹੀਂ? ਕਿਉਂਕਿ ਜਦੋਂ ਉਹ ਵੀ ਸਿਸਟਮ 'ਚ ਆਇਆ, ਉਹਨੇ ਦੇਖਿਆ ਵੀ ਮੈਂ ਜਿੰਨਾ ਮਰਜ਼ੀ ਸਾਫ਼ ਸੁਥਰੀ ਸਿਆਸਤ ਦੇ ਦਾਂ, ਪਰ ਜਿਹੜਾ ਸਿਸਟਮ ਬਣਿਆ ਪਿਆ ਉਸ ਸਿਸਟਮ 'ਚ ਸਾਫ਼ ਸੁਥਰੀ ਸਿਆਸਤ ਦੇਣ ਵਾਸਤੇ ਮੇਰੇ ਕੋਲੇ ਕੁਛ ਮੇਰੇ ਫੈਸਲੇ ਲੈਣ ਦੀ ਪਾਵਰ ਤਾਂ ਹੋਣੀ ਚਾਹੀਦੀ ਆ। CM ਕੋਲੇ ਪਾਵਰ ਤਾਂ ਕਿਸੇ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਨਹੀਂ ਆ, ਕਿਸੇ MP ਕੋਲੇ ਪਾਵਰ ਤਾਂ ਕਿਸੇ ਮਿਊਨਿਸਪਲ ਕਮੇਟੀ ਦੇ ਕੌਂਸਲਰ ਜਿੰਨੀ ਨਹੀਂ ਆ, ਤੇ ਅਸੀਂ ਸਾਫ਼ ਸੁਥਰੀ ਸਿਆਸਤ ਕਿੱਥੇ ਦੇ ਦਾਂਗੇ? ਇਸੇ ਗੱਲ ਤੇ ਆਮ ਆਦਮੀ ਪਾਰਟੀ ਆਈ, ਰਿਸ਼ਵਤ ਖਤਮ ਕਰਾਂਗੇ, ਐਡਮਿਨਿਸਟ੍ਰੇਸ਼ਨ ਨੂੰ ਠੀਕ ਕਰਾਂਗੇ। ਉਹਨਾਂ ਨੇ ਥੋੜ੍ਹਾ ਜਿਹਾ ਮਨਪ੍ਰੀਤ ਤੋਂ ਵਧਾ ਕੇ ਗੱਲ ਕੀਤੀ, ਪਰ ਨਿਕਲਿਆ ਫਿਰ ਇਹਨਾਂ 'ਚ ਕੁਛ ਨਹੀਂ। ਕਿਉਂ? ਕਿਉਂਕਿ ਜਦੋਂ ਤੱਕ ਅਸੀਂ ਗੱਲ ਇਹ ਨਹੀਂ ਸਮਝਦੇ ਵੀ ਜਿਹੜਾ ਸੈਂਟਰ ਸਟੇਟ ਰਿਲੇਸ਼ਨਸ਼ਿਪ ਪੈਦਾ ਹੋ ਗਿਆ ਅੱਜ ਸੰਵਿਧਾਨ 'ਚ, ਜਦੋਂ ਤੱਕ ਉਹਨੂੰ ਰੀਡਿਫਾਈਨ ਨਹੀਂ ਕਰਾਂਗੇ, ਉਦੋਂ ਤੱਕ ਨਾ ਸਾਡੇ ਖੇਤੀਬਾੜੀ ਮਾਡਲ ਲਾਗੂ ਹੋਣਗੇ, ਨਾ ਸਾਫ਼ ਸੁਥਰੀ ਸਿਆਸਤ ਹੋਊਗੀ, ਨਾ ਸਾਫ਼ ਸੁਥਰੀ ਐਡਮਿਨਿਸਟ੍ਰੇਸ਼ਨ ਦੇ ਪਾਵਾਂਗੇ, ਨਾ ਹੀ ਕਿਸੇ ਨੂੰ ਨੌਕਰੀਆਂ ਦੇ ਪਾਵਾਂਗੇ, ਨਾ ਸਿੱਖਿਆ ਦੀ ਨੀਤੀਆਂ ਲਾਗੂ ਕਰਾ ਸਕਾਂਗੇ। ਤੇ ਜਿਹੜਾ ਸੰਵਿਧਾਨ ਗੱਲ ਕਰਦਾ ਨਾ ਫੈਡਰਲ ਸਟਰਕਚਰ ਦੀ, ਸਾਨੂੰ ਫੈਡਰਲ ਸਟਰਕਚਰ ਲਈ ਲੜਨਾ ਪੈਣਾ, ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਕਰਨਾ ਪੈਣਾ, ਫਿਰ ਹੀ ਸਾਡੇ ਸਾਰੇ ਮਸਲਿਆਂ ਨੂੰ ਅਸੀਂ ਸੰਬੋਧਨ ਕਰ ਸਕਾਂਗੇ, ਉਹਨਾਂ ਦੇ ਹੱਲ ਕਰ ਸਕਾਂਗੇ। ਔਰ ਇਹ ਇਕੱਲੇ ਪੰਜਾਬ ਦੀ ਸਟਰਗਲ ਨਹੀਂ ਆ, ਇਹ ਬੰਗਾਲ ਦੀ ਸਟਰਗਲ ਵੀ ਆ, ਮਹਾਰਾਸ਼ਟਰ ਦੀ ਸਟਰਗਲ ਵੀ ਆ, ਤਾਮਿਲਨਾਡੂ ਦੀ ਸਟਰਗਲ ਵੀ ਆ, ਨਾਗਾਲੈਂਡ ਦੀ ਸਟਰਗਲ ਵੀ ਆ।
ਇਹਦੇ 'ਚ तेलंगाना ਦੀ स्ट्रगल भी आ, झारखंड ਦੀ स्ट्रगल भी आ, ਤੇ ਸਾਡੀ स्ट्रगल भी आ। ਕਿਸੇ ਨਾ ਕਿਸੇ हद तक कश्मीर भी इस गल नाल जूझी जांदा। सो मैनू पता नहीं किन्ने क लैवल ते तुसीं ये गल्लां समझ पा रहे हो कि नहीं समझ पा रहे। क्यों सानू एक डेडलॉक दिख रहा? डेडलॉक सानू इस करके दिस रहा, इहदी एक सादी जी एग्जाम्पल आपां समझदे हां। अज किसानी दे संघर्ष डेडलॉक क्यों दिख रहा? वो इस करके दिख रहा क्योंकि लोकां नू लग रहा हुण किधर नू जाइए, आगूआं नू भी लग रहा हुण किधर नू जाइए, क्योंकि जिहड़े आगू आ उन्हां नू गल ये समझ आ गई भी साडे कोले तां पावर्स ही है नहीं और सेंटर सरकार गल सुणदी नहीं। हुण इस तों बाद की करिए? ते असीं उन्हां पुराने ढंगां ते तरीक जो पुराने टूल्स सी, रवायतां सी, उन्हां ते ही बैठे आ भी कोई नहीं यार, धरनिਆਂ 'ਚ बैठे रहो, मोर्चों 'ਚ बैठे रहो, जदों कोई गल सुनी जाओ, कोई ना कोई हल तां निकलूगा। ਇੱਥੇ बैठे हैं असीं, पर हल ਇਹਦਾ ਜਦੋਂ तक असीं सेंटर स्टेट रिलेशनशिप ਨੂੰ रीडिफाइन नहीं करांगे। ਜਦੋਂ स्टेट की गल करते हैं तो पंजाब सूबे की गल करते हैं, सेंटर की गल करते हैं तो दिल्ली की गल करते हैं, और उस रिलेशनशिप रीडिफाइन की है, ये रिलेशनशिप की परिभाषा किहने देनी आ? वो देनी आ साडे संविधान ने, साडी कॉन्स्टिट्यूशन ने। जिहड़ी अज की परिभाषा इस सेंटर स्टेट रिलेशनशिप की संबंध की, वो परिभाषा सूबे की नहीं है, वो स्टेट की है, या सूबा पक्षी नहीं है, वो सेंटर पक्षी आ। सानू वो परिभाषा सूबा पक्षी कराउणी पैनी आ, ਇਹਦੇ ਲਈ पोलीटिकल स्ट्रगल करनी पैनी है। इस करके सानू एक पोलीटिकल धिर की जरूरत आ, वो धिर जिहड़ी निरोल सूबे की सियासत की गल करे। जदों तक ये नहीं होगी साडे मसले नहीं हल होने। हुण जे सानू पाउणगे भी फलाना बंदा बैठा, वो तां यार आपदी पोलीटिकल कोई प्लेटफॉर्म बनाउण दी गल करदा, या आ देख लो, ये तां फिर पॉलिटिक्स वाले पासे तुर पे। गल पॉलिटिक्स वाले पासे तुरन दी है ही नहीं, किसी पोलीटिकल प्लेटफॉर्म दी है ही नहीं। गल समझ गए पहला है कि गल ये आ भी जिहड़े डेडलॉक च असीं आ गए हाँ, ये डेडलॉक तां क्रिएट होया, तां ये सानू महसूस हो रहा क्योंकि साडे कोले साडी आपदी कोई धिर नहीं आ जिहड़ी इदों अगली लड़ाई लड़ सके। हुण असीं पिछे नूं तुरे आए, असीं कहने यार साडे कोले आपदी धिर तां है ही नहीं, फिर करिए की? फिर करिए आए भी आपदी धिर खड़ी करो ते नाल नाल ये लड़ाई भी लड़ी जाओ। सो ये एक जिहड़ी सिचुएशन आ सानू समझनी पऊगी, ये सानू ये नाल नाल मूवमेंट भी जिउंदा रखनी है असीं, क्योंकि लोकां नू ये समझना पऊगा ये लंबी लड़ाई आ, ये 2-4-10 दिनां दी गल नहीं सी, ते ये हुण फेसबुकां ते बैठ के या घरां 'च बैठ के नहीं लड़ी जानी। इस मूवमेंट नू जिउंदा रखना पैना ते इहदे नाल नाल आपदी धिर भी खड़ी करनी पैनी है। उस धिर च कुछ बंदे वो हुण जिहड़े कहना सी कदे इलैक्शन नहीं लड़ते, लो मैं कहना मैं नहीं कदे इलैक्शन लड़दा, मैनू कोई अहुदियां की जरूरत नहीं, किसी कुर्सी की जरूरत नहीं। कुछ बंदे वो तैयार करिए जिन्होंने असीं कहीए भी तुसीं लड़ो यार, और लड़ो किस चीज़ ते? असीं तुहानूं एक पंजाब दा एजेंडा, पंजाब दा विजन, एक डॉक्यूमेंट संगत लोकां दे हिसाब नाल तैयार करके दिन्ने आ। उदों बाद तुसीं उहदे ते पॉलिटिक्स करो, उहदे ते इलैक्शन लड़ो। जिन्हों अज असीं खुद मुख्तियारी की गल जिन्हों ये कहांगे भी वो फैडरल स्ट्रक्चर का एक ढांचा पंजाब का विजन आ चक्को, आ दस्तावेज आ, ये ते आपदी पॉलिटिक्स करो, ये ते आपदे इलैक्शन लड़ो। हुण जे लोग कहणगे भी यार तुसीं तां फिर उन्हां चेहरिਆਂ ਨੂੰ ही लै आए, आपां कहांगे तुसीं जे कोई नवें चेहरे दिंदे हो तां नवें चेहरे दे दो, सानूं कोई प्रॉब्लम नहीं, संगत चेहरे दे दे, लोकां चों चेहरे कढीए, पर कढने तां पैणगे। जे असीं किसे अगले राह वल तुरना, आपदे मसले हल करने आ, ते सानूं चेहरे तां कढने पैणगे। वो संघर्ष चों कढ लो, किसानी मोर्चों चों कढ लो, शंभू दे मोर्चे चों कढ लो, या पुराने जिहड़े कोई ਜਿਹੜੀਆਂ ਚੰਗੀਆਂ नेक रूहां ਉਹਨਾਂ ਨੂੰ ਆਪਾਂ ਕਹੀਏ ਵੀ ਆਓ ਜੀ ਸਾਡੇ ਨਾਲ ਚੱਲੋ। ਪੰਜਾਬ ਦੇ ਵਾਰਸਾਂ ਨੂੰ ਉੱਠਣਾ ਤਾਂ ਪਊਗਾ, ਗੱਲ ਉੱਥੇ ਆ ਕੇ ਹੱਲ ਹੋਣੀ ਆ। ਜੇ ਪੰਜਾਬ ਦੇ ਵਾਰਸ ਹੁਣ ਜਾਗਣਗੇ ਨਹੀਂ
ਪੰਜਾਬ ਦੇ ਵਾਰਸ ਆਪਦੀ ਜ਼ਿੰਮੇਦਾਰੀ ਸੈਂਸ ਆਫ ਰਿਸਪੌਂਸਿਬਿਲਿਟੀ ਨੂੰ ਨਹੀਂ ਸਮਝਣਗੇ, ਸਾਡੇ ਮਸਲੇ ਨਹੀਂ ਹੱਲ ਹੋਣੇ। ਸਾਨੂੰ ਐਂ ਜੇ ਲੱਗਦਾ ਵੀ ਯਾਰ ਇਦੋਂ ਬਾਅਦ ਇੰਨੇ ਕਾਲੇ ਨਹੀਂ ਹੁਣ ਅਸੀਂ ਪੈ ਸਕਦੇ, ਕਿਉਂਕਿ 73 ਸਾਲਾਂ ਦਾ ਹਨੇਰਾ ਪਿੱਛੇ, ਔਰ 73 ਸਾਲਾਂ ਦਾ ਹਨੇਰਾ ਹਜੇ 73 ਦਿਨ ਵੀ ਨਹੀਂ ਹੋਏ, ਹਜੇ ਤਾਂ 25-30 ਦਿਨ ਹੀ ਹੋਏ ਆ। ਤੇ ਜੇ ਅਸੀਂ 25-30 ਦਿਨਾਂ 'ਚ ਹੀ ਇੱਥੇ ਆ ਗਏ ਵੀ ਯਾਰ ਇਹ ਤਾਂ ਬੈਠੇ ਆ, ਇਹ ਤਾਂ ਹੁਣ ਕੋਈ ਹੱਲ ਜਿਹਾ ਹੈ ਨਹੀਂ, ਫੇਰ ਤਾਂ ਨਹੀਂ ਗੱਲ ਬਣਨੀ। 73 ਸਾਲ ਤੇ 25-30 ਦਿਨਾਂ 'ਚ ਬਹੁਤ ਫਰਕ ਆ। ਸਾਲ 2 ਸਾਲ ਹੀ ਦੇ ਦਈਏ, ਜੇ ਇੱਕ ਮੁੜ ਉਸਾਰੀ ਵਾਲੇ ਪਾਸੇ ਆਉਣਾ, ਸਾਲ 2 ਸਾਲ ਹੀ ਦੇ ਦਈਏ, ਪਰ ਸਾਨੂੰ ਦੇਣੇ ਪੈਣੇ ਆ ਹੁਣ। ਔਰ ਦੇਊਗਾ ਉਹੀ ਜਿਹਦੇ 'ਚ ਸੈਂਸ ਆਫ ਰਿਸਪੌਂਸਿਬਿਲਿਟੀ ਹੋਈ, ਜ਼ਿੰਮੇਦਾਰੀ ਹੋਈ, ਜਿਹਨੂੰ ਲੱਗਦਾ ਮੈਂ ਇਕੱਲਾ ਵੀ ਯੋਗਦਾਨ ਪਾ ਸਕਦਾ। ਕਿਤੇ ਬੈਠਾ, ਈਵਨ ਘਰੇ ਬੈਠਾ, ਮੈਂ ਆਵਾਜ਼ ਬੁਲੰਦ ਕਰਾਂ, ਇਹ ਸੋਚ ਨੂੰ ਬੁਲੰਦ ਕਰਾਂ, ਉਹੀ ਦੇਊਗਾ। ਹੁਣ ਜਿਵੇਂ ਆਪਾਂ ਅੱਜ ਜਿੰਨੇ ਜਾਣੇ ਇੱਥੇ ਬੈਠੇ ਆ, ਇਹਨਾਂ ਬੰਦਿਆਂ ਨੇ ਹੀ ਗਾਂ ਹੋਰ ਬੰਦੇ ਲੈ ਕੇ ਆਉਣੇ ਆ, ਇਹਨਾਂ ਬੰਦਿਆਂ ਨੇ ਹੀ ਹੋਰ ਬੰਦਿਆਂ ਨੂੰ ਜਗਾਉਣਾ। ਔਰ ਜਿਵੇਂ ਇਹ ਗੱਲ ਆਮ ਤੌਰ ਤੇ ਇੱਕ ਧਾਰਨਾ ਹੀ ਬਣ ਗਈ, ਯਾਰ ਰਾਜਨੀਤੀ ਤਾਂ ਗੰਦੇ ਜਿਹੜੇ ਹੁੰਦੇ ਆ ਨਾ, ਜਾਂ ਚੰਗੇ ਬੰਦੇ ਨਹੀਂ ਹੁੰਦੇ, ਉਹਨਾਂ ਦੀ ਗੱਲ ਆ। ਇਸ ਧਾਰਨਾ ਦਾ ਵੀ ਖੰਡਨ ਕਰਨਾ ਪੈਣਾ। ਉਹ ਤਾਂ ਅਸੀਂ ਦੇਖ ਲਿਆ, 73 ਸਾਲਾਂ 'ਚ ਦੇਖ ਲਿਆ, ਤੇ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਚੰਗੇ ਨਹੀਂ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਚੰਗੇ ਨਹੀਂ ਹੋ ਸਕਦੇ। ਜਦੋਂ ਪੰਜਾਬ ਰਾਜਨੀਤੀ ਦੀ ਗੱਲ ਕਰਦਾ, ਜਦੋਂ ਪੰਜਾਬ ਧਰਮ ਦੀ ਗੱਲ ਕਰਦਾ, ਤਾਂ ਸਾਡਾ ਸਿਧਾਂਤ ਮੀਰੀ ਦੇ ਪੀਰੀ ਦੇ ਸਿਧਾਂਤ ਤੇ ਟਿਕਿਆ ਹੋਇਆ। ਇਹਨੂੰ ਸਮਝੀਏ ਪਹਿਲਾਂ ਆਪਾਂ। ਸਾਡੀ ਸਿਆਸਤ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਟਿਕੀ ਹੋਈ ਆ, ਸਾਡਾ ਧਰਮ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਟਿਕਿਆ ਹੋਇਆ। ਤੁਹਾਨੂੰ ਪਤਾ ਮੀਰੀ ਕੀ ਸੀ? ਬਾਈ ਤੁਹਾਨੂੰ ਪੁੱਛ ਰਿਹਾ, ਮੀਰੀ ਕੀ ਸੀ? ਪਤਾ ਦੱਸੋ ਜੀ। ਹਾਂਜੀ, ਨਹੀਂ, ਮੀਰੀ ਤਲਵਾਰ ਨਹੀਂ ਹੈ ਜੀ। ਇੱਥੇ ਹੀ ਅਸੀਂ ਪਹਿਲਾਂ ਸਾਡੇ ਸਿਧਾਂਤ ਦੀ ਦੇਖੋ, ਜਦੋਂ ਤੱਕ ਸਾਨੂੰ ਸਾਡੀ ਸਿਧਾਂਤ ਦੀ ਸਮਝ ਨਹੀਂ ਹੈ ਨਾ, ਉਦੋਂ ਤੱਕ ਅਸੀਂ ਲੜਾਈ ਨਹੀਂ ਲੜ ਸਕਦੇ। ਇਸ ਕਰਕੇ ਸਿਧਾਂਤ ਨੂੰ ਸਮਝੋ। ਪਹਿਲਾਂ ਤਾਂ ਉਹ ਸਿਧਾਂਤ ਨਿਕਲਿਆ ਕਿੱਥੋਂ? ਉਹ ਨਿਕਲਿਆ ਸ਼੍ਰੀ ਅਕਾਲ ਤਖਤ ਸਾਹਿਬ ਚੋਂ। ਕਿਹਦਾ ਤਖਤ ਆ ਉਹ? ਅਕਾਲ ਦਾ ਤਖਤ ਆ, ਅਕਾਲ ਪੁਰਖ ਵਾਹਿਗੁਰੂ ਦਾ ਤਖਤ ਆ। ਉਸ ਕ੍ਰੀਏਟਰ ਦਾ ਤਖਤ ਆ ਜਿਹਨੇ ਇਹ ਦੁਨੀਆ ਸਾਜੀ, ਜਿਹਨੇ ਵਾਤਾਵਰਨ, ਬਨਸਪਤੀ, ਇਹ ਸਾਰੀ ਸ੍ਰਿਸ਼ਟੀ ਸਾਜੀ। ਉਹਦੇ ਹੁਕਮ ਦਾ ਜਿਹੜਾ ਆ ਸਾਰਾ ਕੁਝ ਪਾਲਣ ਉਹਦੇ ਹੁਕਮ 'ਚ ਹੀ ਚੱਲ ਰਿਹਾ। ਹੁਣ ਜੇ ਉਸ ਤਖਤ ਤੋਂ ਮੀਰੀ ਤੇ ਪੀਰੀ ਦਾ ਸਿਧਾਂਤ ਨਿਕਲਦਾ, ਜਿਹੜੀ ਪੀਰੀ ਆ ਉਹ ਤਾਂ ਸਾਨੂੰ ਪਤਾ ਧਰਮ ਨਾਲ ਸੰਬੰਧਿਤ ਆ, ਤੇ ਜਿਹੜੀ ਮੀਰੀ ਆ ਉਹ ਕਿਰਦਾਰ ਨਾਲ ਸੰਬੰਧਿਤ ਆ, ਸਿਆਸਤ ਨਾਲ ਸੰਬੰਧਿਤ ਆ। ਧਰਮ ਤੇ ਸਿਆਸਤ, ਧਰਮ ਕਿਹਦਾ? ਅਕਾਲ ਦਾ। ਸਿਆਸਤ ਕਿਹਦੀ? ਅਕਾਲ ਦੀ। ਦੋਨੇ ਗੱਲਾਂ ਹੀ ਅਕਾਲ ਦੀਆਂ। ਹੁਣ ਅਕਾਲ ਦੀ ਜਿਹੜੀ ਸਿਆਸਤ ਆ ਉਹ ਇਕੱਲੇ ਸਿੱਖਾਂ ਤੱਕ ਥੋੜੀ ਲਿਮਿਟਿਡ ਹੋ ਸਕਦੀ ਆ, ਉਹ ਤਾਂ ਸਾਰੀ ਦੁਨੀਆ ਤੱਕ, ਉਹਨਾਂ ਤੱਕ ਪਹੁੰਚ ਰੱਖਦੀ ਆ। ਉਹਦੇ 'ਚ ਹਿੰਦੂਆਂ ਤੱਕ ਵੀ, ਮੁਸਲਮਾਨਾਂ ਤੱਕ ਵੀ, ਜੋ ਉਹਨਾਂ ਦੇ ਹੱਕ ਆ, ਦਲਿਤਾਂ ਦੇ ਵੀ। ਅਕਾਲ ਦੀ ਤਾਂ ਫਿਰ ਇਹੀ ਸਿਆਸਤ ਹੁੰਦੀ ਆ, ਕੱਲਾ ਨਿੱਜ ਦੀ ਸਿਆਸਤ ਥੋੜੀ ਹੋਊਗੀ, ਉਹ ਤਾਂ ਬ੍ਰਹਮੰਡ ਦੀ ਸਿਆਸਤ ਆ। ਸੋ ਜਦੋਂ ਅਸੀਂ ਅਕਾਲ ਦੀ ਸਿਆਸਤ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੀ ਜਿਹੜੀ ਸਿਆਸਤ ਹੋਵੇ ਉਹ ਉਸ ਸਿਧਾਂਤ ਤੇ ਖਰੀ ਉਤਰੇ, ਜਿਹਦੇ 'ਚ ਪੰਜਾਬ 'ਚ ਰਹਿਣ ਵਾਲਾ ਹਰ ਵਰਗ ਸੁਰੱਖਿਅਤ ਮਹਿਸੂਸ ਕਰੇ। ਪੰਜਾਬ 'ਚ ਹਰ ਵਰਗ ਰਹਿਣ ਵਾਲਾ ਉਹ ਆਪਦੀ ਰਿਪਰੈਜ਼ੈਂਟੇਸ਼ਨ ਮਹਿਸੂਸ ਕਰੇ ਵੀ ਮੈਨੂੰ ਜਿਹੜੀ ਸਿਆਸਤ ਇੱਥੋਂ ਖੜੀ ਕੀਤੀ ਗਈ ਆ ਉਹਦੇ 'ਚ ਮੇਰਾ ਕੋਈ ਨਾ ਕੋਈ ਹੱਕ, ਜਾਂ ਮੇਰੇ ਜਿਹੜੇ ਫੈਸਲੇ ਆ ਉਹ ਇਹਦੇ 'ਚ ਹੈਗੇ ਆ, ਇਹਨਾਂ ਤੋਂ ਸੱਖਣਾ ਨਹੀਂ ਆ ਇਹ। ਸੋ ਅਸੀਂ ਆਪਦੀ ਸਿਆਸਤ ਨੂੰ ਇਸ ਗੱਲ ਤੇ, ਕਸੌਟੀ ਤੇ, ਅਕਾਲ ਦੀ ਸਿਆਸਤ ਤੇ ਖਰਾ ਉਤਰਨਾ ਪੈਣਾ ਸਾਨੂੰ ਵੀ ਇਹ ਇਕੱਲੇ ਸਿੱਖਾਂ ਦੀ ਸਿਆਸਤ ਨਹੀਂ ਆ। ਜੇ ਹਿੰਦੂ ਆ, ਅਸੀਂ ਕਹੀਏ ਤੁਸੀਂ ਪੱਕੇ ਹਿੰਦੂ ਬਣੋ, ਤੇ ਤੁਹਾਡੀ ਰੱਖਿਆ ਅਸੀਂ ਕਰਾਂਗੇ, ਤੁਹਾਡੇ ਸਿਧਾਂਤ ਦੀ ਰੱਖਿਆ ਵੀ ਅਸੀਂ ਕਰਾਂਗੇ। ਜੇ ਕੋਈ ਸਿੱਖ ਆ, ਅਸੀਂ ਕਹੋ ਪੱਕਾ ਸਿੱਖ ਬਣੋ, ਤੁਹਾਡੇ ਸਿਧਾਂਤ ਦੀ ਰੱਖਿਆ ਵੀ ਉਹ ਸਿਆਸਤ ਕਰੂਗੀ। ਜੇ ਕੋਈ ਮੁਸਲਮਾਨ ਆ, ਪੱਕਾ ਮੁਸਲਮਾਨ ਰਹਿ ਬਾਈ ਤੂੰ, ਤੁਹਾਡੇ ਸਿਧਾਂਤ ਦੀ ਵੀ ਰੱਖਿਆ ਅਸੀਂ ਕਰਾਂਗੇ। ਆਈ ਕੋਈ ਹੋਰ ਕਿਸੇ
ਮੱਤ ਚੋਂ ਆ, ਅਸੀਂ ਕਹਾਂਗੇ ਤੁਸੀਂ ਉਸ ਮੱਤ ਤੇ ਕਾਇਮ ਰਹਿ, ਅਸੀਂ ਤੁਹਾਡੀ ਰੱਖਿਆ ਕਰਾਂਗੇ। ਅਕਾਲ ਦੀ ਸਿਆਸਤ, ਉੱਥੇ ਕੋਈ ਸਿੱਖਾਂ ਦਾ ਨਿੱਜ ਨਹੀਂ, ਕਿਸੇ ਇੱਕ ਵਰਗ ਦਾ ਨਿੱਜ ਨਹੀਂ, ਬੰਦਿਆਂ ਦਾ ਨਿੱਜ ਨਹੀਂ, ਇਹ ਸਿਆਸਤ ਨਹੀਂ ਹੋਈ ਸਾਡੇ ਤੋਂ। ਸੋ ਇਹ ਸਿਆਸਤ ਕਰਨੀ ਪੈਣੀ ਆ ਉਸ ਤਖਤ ਦੇ ਅਧੀਨ ਰਹਿ ਕੇ, ਜਿਹੜਾ ਅਕਾਲ ਦਾ ਤਖਤ ਆ। ਇਹਦੀ ਪ੍ਰਤੱਖ ਐਗਜ਼ਾਮਪਲ ਸਾਡੇ ਕੋਲੇ ਸੀਗੀ। ਜੇ ਅਸੀਂ ਕਹਿੰਦੇ ਹਾਂ ਨਾ 1849 'ਚ ਸਾਡੇ ਕੋਲੇ ਖੇਤੀਬਾੜੀ ਮਾਡਲ ਸੀ, ਇਹਦੀ ਵੀ ਪ੍ਰਤੱਖ ਐਗਜ਼ਾਮਪਲ ਸਾਡੇ ਕੋਲੇ ਸੀਗੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ, ਲੋਕ ਉਸ ਵੇਲੇ ਉਹਨੂੰ ਮਹਾਰਾਜਾ ਮੰਨਦੇ ਸੀ, ਔਰ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਮਹਾਰਾਜੇ ਨੂੰ ਸਜ਼ਾ ਲਾ ਦਿੰਦੇ ਆ ਕੋੜਿਆਂ ਦੀ, ਤੇ ਮਹਾਰਾਜਾ ਆਪਦਾ ਕੁੜਤਾ ਲਾ ਕੇ ਖੜਾ ਹੋ ਜਾਂਦਾ ਵੀ ਮਾਰ ਲਓ। ਔਰ ਉਹ ਮਹਾਰਾਜਾ ਜਿਹਦੇ ਕੋਲੇ ਅੰਗਰੇਜ਼ੀ ਉਸ ਵੇਲੇ ਹਕੂਮਤ ਤੇ ਉਸ ਵੇਲੇ ਫਰਾਂਸ ਦੀ ਹਕੂਮਤ ਸੰਧੀਆਂ ਕਰਨ ਨੂੰ ਆ ਰਹੀ ਆ, ਤੇ ਪੇਸ਼ ਕਰਕੇ ਕਹਿਣਾ ਲਾਓ ਮੈਨੂੰ ਸਜ਼ਾ, ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਐਗਜ਼ਾਮਪਲ ਆ। ਸਾਨੂੰ ਵੀ ਅੱਜ ਜੇ ਸਿਆਸਤ ਖੜੀ ਕਰਨੀ ਆ ਪੰਜਾਬ ਦੀ, ਸਾਨੂੰ ਉਸ ਤਰ੍ਹਾਂ ਦੀ ਸਿਆਸਤ ਖੜੀ ਕਰਨੀ ਪੈਣੀ ਆ ਵੀ ਉਹ ਸਿਆਸਤ ਤੇ ਇੱਕ ਸਾਡੀਆਂ ਪੁਰਾਣੀਆਂ ਰਵਾਇਤਾਂ ਦੀ, ਜਥੇਬੰਦੀਆਂ ਦੀ, ਸੰਪਰਦਾਵਾਂ ਦੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਪਹਿਰਾਦਾਰੀ ਰਹੇ। ਔਰ ਉਹ ਜਿਹੜੇ ਬੰਦੇ ਉੱਥੇ ਬੈਠੇ ਆ, ਉਹਨਾਂ ਅਹੁਦਿਆਂ ਤੇ ਬੈਠੇ ਆ, ਉਹ ਸਿਆਸਤ 'ਚੋਂ ਨਾ ਨਿਕਲੇ ਹੋਣ, ਉਹਦਾ ਧਰਮ 'ਚੋਂ ਨਿਕਲਣ, ਕਿਉਂਕਿ ਧਰਮ ਦੀ ਪਹਿਰੇਦਾਰੀ ਸਿਆਸਤ ਤੇ ਜ਼ਰੂਰੀ ਆ। ਅੱਜ ਉਲਟਾ ਹੋ ਰੱਖਿਆ, ਅੱਜ ਸਿਆਸਤ ਦੀ ਧਰਮ ਤੇ ਪਹਿਰੇਦਾਰੀ ਲਾਈ ਬੈਠੇ ਆ ਇਹ। ਸੋ ਗੱਲਾਂ ਆਪਾਂ ਚੱਲੇ ਆ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਤੋਂ, ਗੱਲ ਗਈ ਕਿੱਥੇ? ਇਹਦਾ ਮਤਲਬ ਇਹ ਆ, ਇਹ ਗੱਲ ਇੰਟਰ ਰਿਲੇਟਡ ਆ। ਪੰਜਾਬ ਦੇ ਫੈਸਲੇ ਲੈਣ ਦਾ ਜਿਹੜਾ ਹੱਕ ਸਾਡੇ ਕੋਲੇ ਹੋਣੇ ਚਾਹੀਦੇ ਆ, ਤੇ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ, ਇਹ ਇੱਕ ਇੰਟਰ ਰਿਲੇਟਡ ਗੱਲ ਆ। ਇਹ ਆਪਸ 'ਚ ਨਿਖੜੀਆਂ ਗੱਲਾਂ ਨਹੀਂ ਆ। ਜਦੋਂ ਨਿਖੜੀਆਂ ਨਹੀਂ ਆ ਤੇ ਸਾਡੀ ਸਟਰਗਲ ਅੱਜ ਪੋਲੀਟੀਕਲ ਹੋ ਰੱਖੀ ਆ, ਸਾਡਾ ਡੈਡਲੌਕ ਆ ਜਿਹੜਾ, ਉਹ ਪੋਲੀਟੀਕਲ ਸਟਰਗਲ ਦੇ ਕਰਕੇ ਸਾਡੇ ਕੋਲੇ ਹੈ ਨਹੀਂ, ਉਹ ਬਣ ਗਿਆ, ਤੇ ਸਾਨੂੰ ਉਹ ਧਿਰ ਖੜੀ ਕਰਨੀ ਪੈਣੀ ਆ। ਨਾਲ ਦੀ ਨਾਲ ਇਹ ਮੂਵਮੈਂਟ ਚਾਲੂ ਰੱਖਣੀ ਪੈਣੀ ਹੈ, ਇਸ ਅੰਦੋਲਨ ਨੂੰ ਜਿਉਂਦਾ ਰੱਖਣਾ ਪੈਣਾ। ਅਦਰਵਾਈਜ਼ ਫਿਰ ਅਸੀਂ ਲੋਕ ਜਾਗੇ ਆ, ਔਰ 10 ਕੁ ਦਿਨਾਂ 'ਚ ਜੇ ਇਹ ਗੱਲ ਜਿਉਂਦੀ ਨਹੀਂ ਰਹੀ, ਲੋਕਾਂ ਨੇ ਭੁੱਲ ਜਾਣਾ, ਆਪਾਂ ਸਾਰਿਆਂ ਨੇ ਆਪਦੇ ਕੰਮਾਂ ਕਾਰਾਂ 'ਚ ਹੋ ਜਾਣਾ, ਤੇ ਗੱਲ ਫਿਰ ਅਸੀਂ ਇਹ ਸਾਡੀ ਮਾਨਸਿਕਤਾ 'ਚੋਂ ਹੀ ਨਿਕਲ ਜਾਣੀ ਆ ਵੀ ਕੋਈ ਅੰਦੋਲਨ, ਇਹ ਗੱਲ ਯਾਦ ਕਰਨਾ ਵੇਲੇ ਰਹਿ ਜੂਗੀ, ਪਰ ਅਦਰਵਾਈਜ਼ ਇਹਦੇ ਤੇ ਕਰਨਾ ਕੀ ਆ, ਅੱਗੇ ਵਧਣਾ ਕਿਵੇਂ ਆ, ਸੇਧ ਕੀ ਹੋਣੀ ਚਾਹੀਦੀ ਹੈ, ਇਹ ਸਭ ਕੁਝ ਨਿਕਲ ਜਾਣਾ। ਜਿਵੇਂ ਮੈਂ ਕਿਹਾ, ਲੋਕਾਂ ਦਾ ਜਾਗਣਾ, ਲੋਕਾਂ ਨੂੰ ਜਗਾਉਣਾ ਇਕੱਲੀ ਸਾਡੀ ਡਿਊਟੀ ਨਹੀਂ ਹੁੰਦੀ, ਹੁਣ ਗਾਂ ਸੇਧ ਦੇਣੀ ਬਹੁਤ ਵੱਡੀ ਡਿਊਟੀ ਆ। ਸੋ ਇਸ ਕਰਕੇ ਇੱਕ ਤਾਂ ਆਪਦੀ ਸਿਆਸਤ ਖੜੀ ਕਰੀਏ, ਸਿਆਸਤ ਤੇ ਪਹਿਰਾਦਾਰੀ ਸਿਸਟਮ ਖੜਾ ਕਰੀਏ, ਨਾਲ ਦੀ ਨਾਲ ਅਸੀਂ ਆਪਦਾ ਇੱਕ ਐਗਰੀਕਲਚਰਲ ਐਗਰੇਰੀਅਨ ਮਾਡਲ, ਪੰਜਾਬ ਸੈਂਟਰਲ ਐਗਰੇਰੀਅਨ ਮਾਡਲ ਤਿਆਰ ਕਰੀਏ, ਤੇ ਉਸ ਸਿਆਸਤ ਨੂੰ ਕਹੀਏ ਵੀ ਇਹਦੇ ਤੇ ਹੁਣ ਤੁਸੀਂ ਇਹਨੂੰ ਲਾਗੂ ਕਰਾਉਣ ਤੇ ਸਟਰਗਲ ਕਰੋ। ਸੋ ਇਹ ਇੱਕ ਮੋਟੇ ਤੌਰ ਤੇ ਜਿਹੜਾ ਗਾਂਹ ਵਾਲਾ ਸਾਡਾ ਰਾਹ ਇਹ ਆ, ਤੇ ਇਹਦੇ 'ਚ ਸਾਨੂੰ ਕਾਹਲਾ ਨਹੀਂ ਹੁਣ ਪੈਣਾ ਚਾਹੀਦਾ। ਜੇ ਅਸੀਂ ਬੈਠੇ ਆ ਇੱਥੇ, ਸਾਡੇ 'ਚ ਕਿਤੇ ਨਾ ਕਿਤੇ ਅੰਦਰ ਜ਼ਮੀਰ ਜਾਗਦੀ ਆ, ਤੇ ਅਸੀਂ ਆਪਦਾ ਬਾਗੀਪੁਣਾ ਦਿਖਾਇਆ, ਕਿਉਂਕਿ ਅੱਜ ਮੈਂ ਜਿਵੇਂ ਕੱਲ੍ਹ ਅਸੀਂ ਗੱਲ ਕਰਦੇ ਸੀ, ਪੰਜਾਬ ਦਾ ਜਿਹੜਾ ਸਮਾਜ ਸਿਰਜਿਆ ਗਿਆ ਨਾ ਸਾਡਾ, ਹੁਣ ਸਮਾਜ ਦਾ, ਪੰਜਾਬ ਦਾ ਭਲਾ ਹੀ ਇਸ ਗੱਲ 'ਚ ਆ ਵੀ ਪੰਜਾਬ ਸੰਘਰਸ਼ 'ਚ ਰਹੇ। ਜਦੋਂ ਪੰਜਾਬ ਜਿੰਨੀ ਦੇਰ ਸੰਘਰਸ਼ 'ਚ ਰਹੂਗਾ, ਆਪਦੀਆਂ ਲੀਹਾਂ ਤੇ, ਆਪਦੀਆਂ ਪੈੜਾਂ ਤੇ ਜਾਂ ਆਪਦੀਆਂ ਜੜ੍ਹਾਂ ਮੁੜ ਆਊਗਾ। ਮੰਨ ਲਓ ਆਹ ਸੰਘਰਸ਼ ਨਾ ਹੁੰਦਾ ਤੇ ਆਪਾਂ ਇਹ ਗੱਲਾਂ ਕਰਨੀਆਂ ਸੀ? ਸੰਘਰਸ਼ ਖੜਾ ਹੋਇਆ ਤਾਂ ਇਹ ਗੱਲਾਂ ਕੀਤੀਆਂ ਨਾ। ਸੋ ਅੱਜ ਸਾਡਾ ਜ਼ਰੂਰਤ ਆ ਇਹ ਵੀ ਪੰਜਾਬ ਸੰਘਰਸ਼ 'ਚ ਰਹੇ, ਇਹ ਸਾਡੀ ਜ਼ਰੂਰਤ ਬਣ ਚੁੱਕੀ ਆ। ਇਹਦੋਂ ਬਿਨਾਂ ਲੋਕਾਂ ਨੇ ਜਾਗਣਾ ਨਹੀਂ, ਆਹ ਗੱਲਾਂ ਨਹੀਂ ਸਮਝ ਆਉਣੀਆਂ, ਖੁਦ ਮੁਖਤਿਆਰੀ ਦੀ ਗੱਲ ਸਮਝ ਨਹੀਂ ਆਉਣੀ, ਫੈਡਰਲ ਸਟਰਕਚਰ ਦੀ ਗੱਲ ਨਹੀਂ ਸਮਝ ਆਉਣੀ। ਔਰ ਕਿਸੇ ਵੀ ਸੂਬੇ ਲਈ, ਇਕੱਲੇ ਪੰਜਾਬ ਲਈ ਨਹੀਂ, ਜਦੋਂ ਪਾਵਰ ਐਡੀ ਵੱਡੀ ਸੈਂਟਰਲਾਈਜ਼ ਹੋ ਗਈ ਆ ਨਾ, ਉਹ ਕਿਸੇ ਵੀ ਸੂਬੇ ਦੀ ਜ਼ਰੂਰਤ ਆ ਵੀ ਉਹ ਸੰਘਰਸ਼ 'ਚ ਰਹਿਣ, ਤਾਂ ਹੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਲਈ ਲੜਿਆ ਜਾ ਸਕਦਾ। ਸੋ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਇਸ ਸੰਘਰਸ਼ ਨੂੰ ਆਪਾਂ ਹੌਲੀ ਨਹੀਂ ਹੋਣ ਦੇਣਾ, ਕਮਜ਼ੋਰ ਨਹੀਂ ਹੋਣ ਦੇਣਾ। ਇਹਦੇ 'ਚ ਸਾਡਾ ਭਲਾ,
जे मैं इत्थे बैठा तुसीं आए हो तो बहुत बड़ा एक परपज़ असीं आपदे समाज लई ਉਹਨੂੰ हल कर रहे हैं, ਉਹਨੂੰ एक समाज ਨੂੰ सही दिशा 'ਚ ਲੈ ਕੇ ਜਾ ਰਹੇ ਹਾਂ। ਸਾਨੂੰ ਗੱਲਾਂ ਆਈ ਗੱਲਾਂ ਕਰਕੇ ਸਮਝ ਆ ਰਹੀਆਂ। ਅਦਰਵਾਈਜ਼ ਇਹ ਗੱਲ ਮੈਨੂੰ ਵੀ ਸਮਝ ਨਹੀਂ ਸੀ ਵੀ ਸਾਡਾ ਪੰਜਾਬ ਦੇ ਸਮਾਜ ਦਾ ਭਲਾ ਕਿਵੇਂ ਹੋਊਗਾ। ਔਰ ਇਹ ਗੱਲ ਪਿਛਲੇ ਕੁਝ ਦਿਨਾਂ 'ਚ ਹੀ ਸਮਝ ਆਈ ਆ ਵੀ ਯਾਰ ਆਹ ਗੱਲ ਤਾਂ ਬਹੁਤ ਸਹੀ ਪਾਸੇ ਜਾ ਰਹੀ ਆ। ਔਰ ਇਹ ਤਾਂ ਹੀ ਗਈ ਆ ਕਿਉਂਕਿ ਇੱਕ ਸੰਘਰਸ਼ ਸ਼ੁਰੂ ਹੋਇਆ। ਸੋ ਪੰਜਾਬ ਦਾ ਭਲਾ ਹੀ ਤਾਂ ਜੇ ਪੰਜਾਬ ਸੰਘਰਸ਼ 'ਚ ਰਹਿੰਦਾ। ਅੱਜ ਦੀ ਲੋੜ ਸਾਡੀ ਇਹ ਬਣ ਚੁੱਕੀ ਆ। ਸੋ ਇਸ ਕਰਕੇ ਤੁਸੀਂ ਰੋਜ਼ ਦੀ ਤਰ੍ਹਾਂ ਕੰਮਕਾਰ ਸਾਰੇ ਆਪਾਂ ਬਿਜ਼ੀ ਆ, ਇਹ ਪਤਾ ਆਪਾਂ ਨੂੰ, ਪਰ ਤੁਹਾਨੂੰ ਰੋਜ਼ ਦੀ ਤਰ੍ਹਾਂ ਆਉਣਾ ਚਾਹੀਦਾ। ਔਰ ਤੁਹਾਨੂੰ ਇੱਥੇ ਇੱਕ ਇੱਕ ਸਿਰ ਦੀ ਗਿਣਤੀ ਬਹੁਤ ਕੀਮਤੀ ਆ। ਜਦੋਂ ਰੋਜ਼ ਦੀ ਤਰ੍ਹਾਂ ਆਪਾਂ ਆਵਾਂਗੇ ਉਹ ਪੰਜਾਬ ਸੰਘਰਸ਼ 'ਚ ਰਹੇ ਇੱਕ ਜਿਹੜੀ ਸਪਿਰਿਟ ਨੂੰ ਅਸੀਂ ਜਿਉਂਦਾ ਰੱਖ ਰਹੇ ਹਾਂ। ਔਰ ਉਹਦੇ ਨਾਲ ਸਾਡਾ ਮਸਲੇ ਕੀ ਹੱਲ ਹੋ ਰਹੇ ਆ। ਸਾਨੂੰ ਪੰਜਾਬ ਦੇ ਜੋ ਅੱਜ ਦਾ ਸਮਾਜ ਆ ਉਹਦੇ ਮਸਲਿਆਂ ਨੂੰ ਸੰਬੋਧਨ ਕਰਕੇ ਉਹਦੇ ਹੱਲ ਨਿਕਲਣਗੇ ਉਹਦੇ 'ਚੋਂ। ਸੋ ਜੇ ਹੋਰ ਕਿਸੇ ਨੇ ਸੰਗਤ 'ਚੋਂ ਕੋਈ ਗੱਲ ਕਰਨੀ ਹੋਵੇ ਜਾਂ ਕੋਈ ਸਵਾਲ ਜਵਾਬ ਹੋਣ, ਕਿਉਂਕਿ ਸਵਾਲ ਜਵਾਬਾਂ 'ਚੋਂ ਹੀ ਸਾਨੂੰ ਕੋਈ ਨਾ ਕੋਈ ਗਾਂ ਰਾਹ ਲੱਭਦੇ ਆ ਜਾਂ ਕਿਸੇ ਪਾਸੇ ਨੂੰ ਆਪਾਂ ਤੁਰਦੇ ਆ, ਤਾਂ ਮਾਈਕ ਪਿਆ ਜੀ, ਆਪਾਂ ਤੁਸੀਂ ਪੁੱਛ ਸਕਦੇ ਹੋ। ਜਾਂ ਤੁਸੀਂ ਕੋਈ ਗੱਲ ਕਹਿਣੀ ਹੋਵੇ, ਮੈਂ ਕੋਈ ਸਵਾਲ ਪੁੱਛਣਾ ਹੋਵੇ, ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰੀਏ। ਜਿਵੇਂ ਅੱਜ ਤੁਸੀਂ ਆ ਕੇ ਬੜੀ ਸੋਹਣੀ ਗੱਲ ਕਹੀ ਸੀ ਵੀ ਹੁਣ ਸਾਨੂੰ ਗਾਂ ਨਹੀਂ ਪਤਾ ਲੱਗ ਰਿਹਾ ਕਿੱਧਰ ਨੂੰ ਜਾਈਏ, ਹੈ ਨਾ। ਸੋ ਇਹਦੇ ਜੇ ਹਜੇ ਵੀ ਕੋਈ ਤੁਹਾਡੇ ਮਨ 'ਚ ਕੋਈ ਗੱਲ ਹੈਗੀ ਆ ਤਾਂ ਪਲੀਜ਼ ਤੁਸੀਂ ਪੁੱਛ ਸਕਦੇ ਹੋ ਜੀ। हाँ जी, माइक दे दो जी। हाँ जी, वाहिगुरू जी का खालसा, वाहिगुरू जी की फतेह। हाँ जी भाई साहब, पहली बेनती तो यह है कि जदों असीं किसी नूं प्रेरणा करते हैं ना भी चलो अपने धरने ते हिस्सा पाउणा है, उत्थे जाके हाज़री भरनी आ, तां उन्हां दा पहला जवाब हुंदा कि कुछ नहीं होण लग्या। जिन्ने मर्जी धरने लगा लो, जिन्ना जो कुछ मर्जी कर लो, कुछ नहीं होण लग्या। ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਉਹਨਾਂ ਨੂੰ ਕਿਵੇਂ ਮੋਟੀਵੇਟ ਕਰੀਏ, ਕਿਵੇਂ ਉਹਨਾਂ ਦਾ ਬ੍ਰੇਨ ਵਾਸ਼ ਕਰੀਏ, ਕਿਵੇਂ ਉਹਨਾਂ ਨੂੰ ਫਿਊਚਰ ਦੀ ਕੋਈ ਇੱਦਾਂ ਦੀ ਕੋਈ ਰੋਸ਼ਨੀ ਦਿਖਾਈਏ ਵੀ ਉਹ ਮੰਨ ਜਾਣ ਤੇ ਚੱਲ ਪਣ ਸਾਡੇ ਨਾਲ। ਨਹੀਂ ਜੀ, ਇਹਦਾ ਵੀ ਇੱਕ ਸਭ ਤੋਂ ਵੱਡੀ ਵਜ੍ਹਾ ਇਹ ਆ ਨਾ, ਜਿਹੜੇ ਲੋਕ ਆ ਨਾ, ਬਹੁਤ ਵੱਡੀ ਗਿਣਤੀ ਹੈ ਇਹੋ ਜਿਹੇ ਲੋਕਾਂ ਦੀ ਜਿਹੜੇ ਕਹਿੰਦੇ ਆ ਕੁਛ ਨਹੀਂ ਹੋਣ ਲੱਗਿਆ। ਕਿਉਂਕਿ ਇਹਨਾਂ ਨੂੰ ਜਿਹੜਾ ਇੱਕ ਮਾਹੌਲ ਸਿਰਜਿਆ ਗਿਆ ਤੇ ਉਸ ਮਾਹੌਲ 'ਚ ਇੰਨਾ ਸੇਫ ਤੇ ਸਿਕਿਉਰ ਫੀਲ ਕਰਦੇ ਆ, ਇਹਨਾਂ ਨੂੰ ਲੱਗਦਾ ਸਭ ਕੁਝ ਤਾਂ ਠੀਕ ਹੋਈ ਜਾਂਦਾ, ਤੁਸੀਂ ਕਿਉਂ ਬੈਠੇ ਹੋ, ਹੈ ਨਾ। ਇਹ ਇਸੇ ਕਰਕੇ ਇਹਦਾ ਮਤਲਬ ਜਦੋਂ ਤੱਕ ਤੁਹਾਨੂੰ ਸਮਝ ਹੀ ਹੈ ਨਹੀਂ, ਮਸਲਿਆਂ ਦੀ ਸਮਝ ਨਹੀਂ ਆ, ਚੱਲ ਕੀ ਰਿਹਾ, ਹਾਲਾਤਾਂ ਦੀ ਸਮਝ ਨਹੀਂ ਆ, ਹਾਲਾਤਾਂ ਨਾਲ ਮੁਖਾਤਮ ਨਹੀਂ ਹੋ ਰਹੇ। ਔਰ ਹਾਲਾਤਾਂ ਨਾਲ ਮੁਖਾਤਮ ਹੋਣਾ ਸਭ ਤੋਂ ਵੱਡੀ ਸਮਝ ਹੁੰਦੀ ਆ। ਇਹ ਕੀ ਕਰਦੇ ਆ, ਔਰ ਇਹਨਾਂ 'ਚ ਤੁਸੀਂ ਦੇਖਿਓ ਸ਼ਹਿਰੀ ਵਰਗ, ਆਮ ਤੌਰ 'ਤੇ ਸ਼ਹਿਰੀ ਵਰਗ 'ਚ ਬਹੁਤ ਵੱਡੇ ਆਪਦੇ ਆਪ ਨੂੰ ਇੰਟਲੈਕਚੁਅਲ ਸਮਝਦੇ ਆ ਉਹ। ਔਰ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਬਹੁਤ ਕੁਝ ਪਤਾ, ਪਰ ਉਹਨਾਂ 'ਚ ਮਾਡਰਨ ਐਜੂਕੇਸ਼ਨ ਦੀ ਸਭ ਤੋਂ ਵੱਡੀ ਜਿਹੜੀ ਇੱਕ ਕਮੀ ਆ ਉਹ ਇਹ ਆ ਵੀ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਨੌਕਰੀ ਕਿਉਂ ਨਹੀਂ ਮਿਲ ਰਹੀ ਉਹਨੂੰ ਡਿਸਕਸ ਕਰਨ ਲੱਗ ਜਾਂਦੇ ਆ। ਅੱਜ ਨਵੇਂ ਕਾਨੂੰਨ ਆਏ ਆ, ਕਾਨੂੰਨ ਕੀ ਆ ਉਹਨਾਂ ਨੂੰ ਡਿਸਕਸ ਕਰਨ ਲੱਗ ਜਾਂਦੇ ਆ। ਕਾਨੂੰਨ ਕਿਸੇ ਹਾਲਾਤ ਨੇ ਪੈਦਾ ਕੀਤੇ ਆ। ਸੋ ਨੌਕਰੀ ਨਹੀਂ ਮਿਲ ਰਹੀ ਉਹ ਕਿਸੇ ਹਾਲਾਤ 'ਚੋਂ ਨਿਕਲੀ ਆ, ਜਾਂ ਐਜੂਕੇਸ਼ਨ ਵਿੱਦਿਆ ਨਹੀਂ ਉਹਨੂੰ ਮਿਲ ਰਹੀ ਸਹੀ ਤੌਰ 'ਤੇ ਉਹ ਕਿਸੇ ਹਾਲਾਤ 'ਚੋਂ ਨਿਕਲੀ ਆ। ਉਹਨਾਂ ਹਾਲਾਤਾਂ ਨਾਲ ਮੁਖਾਤਮ ਨਹੀਂ ਹੁੰਦੇ। ਸੋ ਬਿਮਾਰੀ ਨੂੰ ਨਹੀਂ ਅਸੀਂ ਸਮਝਦੇ, ਬਿਮਾਰੀ ਦੇ ਲੱਛਣ ਆ ਜਿਹੜੇ ਉਹਦੀ ਗੱਲ ਕਰਕੇ ਤੇ ਉਹ ਫਿਰ ਅਸੀਂ ਹੱਲ ਲੱਭਦੇ ਹਾਂ। ਫਿਰ ਕਦੇ ਵੀ ਹੱਲ ਨਹੀਂ ਮਿਲਣੇ, ਕਿਉਂਕਿ ਉਸ ਬਿਮਾਰੀ ਨੇ ਕੋਈ ਨਵੇਂ ਹਾਲਾਤ ਪੈਦਾ ਕਰਕੇ ਤੇ ਨਵੇਂ ਲੱਛਣ ਪੈਦਾ ਕਰ ਦੇਣੇ ਆ। ਸੋ ਇਸ ਕਰਕੇ ਇਹ ਜਿਹੜੇ ਬੰਦੇ ਆ ਜਿਹੜੇ ਕਹਿੰਦੇ ਆ ਵੀ ਕੁਛ ਨਹੀਂ ਹੋਣਾ, ਕਿਸੇ ਨਾ ਕਿਸੇ ਲੈਵਲ 'ਤੇ ਇੱਕ ਗੱਲ ਤਾਂ ਇਹ ਬਹੁਤ ਵੱਡੀ ਆ ਵੀ ਇਹਨਾਂ 'ਚ ਸਮਝ ਹੈ ਨਹੀਂ ਇਸ ਗੱਲ ਦੀ ਵੀ ਹੋਊਗਾ ਤਾਂ ਹੀ
ਜੇ ਪਹਿਲਾਂ ਅਸੀਂ ਹਾਲਾਤਾਂ ਨੂੰ ਸਮਝਾਂਗੇ। ਹਾਂਜੀ। ਔਰ ਕਈ ਵਾਰੀ ਇੰਨੇ ਦੂਰ ਅੰਦੇਸ਼ੀ ਹੈ ਨਹੀਂ ਜੀ। ਨਹੀਂ ਜੀ, ਕਈ ਵਾਰੀ ਕੌਮਾਂ ਲੰਮੇ ਸਮੇਂ ਤੱਕ ਹਾਲਾਤਾਂ ਨੂੰ, ਮਸਲਿਆਂ ਨੂੰ ਸਮਝਦੀਆਂ ਹੀ ਰਹਿੰਦੀਆਂ ਵੀ ਇੱਕ ਵਾਰੀ ਵਿਚਾਰੀਏ ਤਾਂ ਸਹੀ, ਸਮਝੀਏ ਤਾਂ ਸਹੀ। ਔਰ ਇਹ ਗੱਲ ਇਤਿਹਾਸ 'ਚ ਬਹੁਤ ਵੱਡੀ ਪਈ ਆ। ਤੁਸੀਂ ਦੇਖੋ, ਜਦੋਂ ਯਹੂਦੀਆਂ ਨੇ ਆਪਦੇ ਹਾਲਾਤ ਸਮਝੇ ਵੀ ਸਾਡੇ ਨਾਲ ਕਿਉਂ ਐਡਾ ਵੱਡਾ ਜਿਹੜਾ ਹੌਲੋਕੌਸਟ ਆ ਜਾਂ ਘੱਲੂਘਾਰੇ ਆ ਹੋ ਰਹੇ ਆ, ਸਾਨੂੰ ਮਾਰਿਆ ਜਾ ਰਿਹਾ, ਕਿਉਂ? ਹਾਲਾਤਾਂ ਨੂੰ ਤਾਂ ਸਮਝੀਏ। ਇਸੇ ਤਰ੍ਹਾਂ ਰਸ਼ੀਅਨ ਰੈਵੋਲਿਊਸ਼ਨ 'ਚ ਉਹਨਾਂ ਨੇ ਇਹ ਗੱਲ ਬਹੁਤ ਵੱਡੇ ਤੌਰ ਤੇ ਵਿਚਾਰੀ ਵੀ ਹਾਲਾਤਾਂ ਨੂੰ ਸਮਝੀਏ ਤਾਂ ਸਹੀ। ਅਮਰੀਕਨ ਰੈਵੋਲਿਊਸ਼ਨ 'ਚ ਜਦੋਂ ਮਾਰਟਨ ਲੂਥਰ ਕਿੰਗ ਜਾਂ ਉਹ ਸਾਰੀ ਬ੍ਰਿਗੇਡ ਸੀ, ਉਹਨਾਂ ਨੇ ਵੀ ਇਹ ਗੱਲ ਵੀ ਜਿਹੜੀ ਸਲੇਵਰੀ ਆ ਜਾਂ ਹੋਰ ਸਿਵਲ ਰਾਈਟਸ ਸਾਨੂੰ ਨਹੀਂ ਮਿਲ ਰਹੇ, ਇਹ ਹਾਲਾਤ ਤਾਂ ਸਮਝੀਏ, ਹੱਲ ਤਾਂ ਫੇਰ ਨਿਕਲੂਗਾ। ਸੋ ਪਹਿਲਾਂ ਹਾਲਾਤਾਂ ਨੂੰ ਸਮਝਣਾ। ਸੋ ਇੱਕ ਹੋਰ ਬਹੁਤ ਵੱਡਾ ਇਹਦੇ 'ਚ ਯੋਗਦਾਨ ਆ ਉਹ ਜਿਹੜਾ ਮਟੀਰੀਅਲਿਸਟਿਕ ਸੁਸਾਇਟੀ ਦਾ ਜਾਂ ਪਦਾਰਥਵਾਦ ਦਾ ਨਾ, ਉਹ ਬਹੁਤ ਵੱਡਾ ਯੋਗਦਾਨ ਆ। ਉਹ ਇੰਨੇ ਜ਼ਿਆਦਾ ਕੰਫਰਟੇਬਲ ਹੋ ਗਏ ਆਪਦੀ ਲਾਈਫ 'ਚ। ਮੰਨ ਲਓ ਉਹਨਾਂ ਦਾ ਘਰ ਆ, ਉਹਨਾਂ ਕੋਲੇ ਆਪਦੀਆਂ ਇੱਕ ਅੱਧੀ ਕਾਰ ਹੋਣੀ ਆ, ਕੋਈ ਹੋਰ ਬਿਲੋਂਗਿੰਗਸ ਹੋਣੀਆਂ, ਬੱਚੇ ਸੈਟਲ ਨੇ, ਬੱਚੇ ਸੈਟਲ ਆ, ਉਹ ਇੰਨੇ ਕੰਫਰਟੇਬਲ ਫੀਲ ਕਰਦੇ ਆ ਵੀ ਬਸ ਅਸੀਂ ਤਾਂ ਅਚੀਵ ਕਰ ਲਿਆ, ਹੁਣ ਹੋਣਾ ਕੁਝ ਨਹੀਂ, ਲੱਗੇ ਰਹੋ। ਪੁਆਇੰਟ ਹੈ ਤੁਹਾਡੀ ਗੱਲ 'ਚ। ਠੀਕ ਆ, ਉਹ ਕੰਫਰਟ ਆ ਜਿਹੜਾ ਇਹ ਸੈਂਸ ਆਫ ਰਿਸਪੌਂਸਿਬਿਲਿਟੀ ਦੇ ਨਾਲ ਮਿਲਦਾ, ਜਾ ਕੇ ਜ਼ਿੰਮੇਵਾਰੀ ਦੇ ਨਾਲ ਮਿਲਦਾ। ਜਿਹੜਾ ਜਦੋਂ ਆਪਾਂ ਕਹਿੰਦੇ ਆ ਸਿਧਾਂਤ ਸਾਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ, ਅਸੀਂ ਰੋਜ਼ ਅਰਦਾਸ 'ਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਸਰਬੱਤ ਦਾ ਭਲਾ ਸਿਧਾਂਤ ਤੇ ਖੜੇ ਆ। ਇਹ ਬੰਦੇ ਨਿੱਜ ਤੇ ਖੜੇ ਆ ਵੀ ਮੈਂ, ਉਸ ਤੋਂ ਬਾਅਦ ਮੇਰਾ ਪਰਿਵਾਰ ਜਾਂ ਮੇਰੇ ਰਿਸ਼ਤੇਦਾਰੀ, ਬਸ ਇਦੋਂ ਉੱਤੇ ਨਹੀਂ। ਮੇਰੀ ਕਮਿਊਨਿਟੀ ਕੀ ਆ, ਮੇਰੀ ਕੌਮ ਕੀ ਆ, ਮੇਰਾ ਸੂਬਾ ਕੀ ਆ, ਮੇਰਾ ਦੇਸ਼ ਕੀ ਆ, ਇਸ ਗੱਲ ਤੋਂ ਕੋਈ ਮਤਲਬ ਨਹੀਂ ਇਹਨਾਂ ਨੂੰ। ਕੌਮੀ ਜਜ਼ਬੇ ਦੀ ਘਾਟ ਹੈ ਜੀ, ਬਿਲਕੁਲ। ਬਹੁਤ ਘਾਟ ਹੈ। ਸੋ ਜਦੋਂ ਤੱਕ ਸੈਂਸ ਆਫ ਰਿਸਪੌਂਸਿਬਿਲਿਟੀ ਨਹੀਂ ਆਊਗੀ ਨਾ, ਵੀ ਦੇਖੋ ਹਮੇਸ਼ਾ ਤੁਸੀਂ ਦੇਖੋਗੇ ਜਿਹੜੀ ਇੱਕ ਵਿਕਸਿਤ ਸਿਵਲਾਈਜੇਸ਼ਨ ਆ ਨਾ, ਅੱਜ ਯੂਰਪੀਅਨ ਸਿਵਲਾਈਜੇਸ਼ਨ ਆ, ਉਹ ਵੀ ਇਹ ਗੱਲ ਸਮਝਦੀ ਆ ਵੀ ਜਦੋਂ ਸਮਾਜ ਨੇ ਤੁਹਾਨੂੰ ਇੰਨਾ ਕੁਝ ਦੇਤਾ, ਫਿਰ ਤੁਹਾਡੀ ਡਿਊਟੀ ਵੀ ਬਣਦੀ ਆ ਵੀ ਸਮਾਜ ਨੂੰ ਵੀ ਵਾਪਸ ਕੁਝ ਦਿਓ, ਆਪਦਾ ਯੋਗਦਾਨ ਪਾਓ। That's why they always say give it back to the society। ਗੁਰਮਤ ਵੀ ਇਹੀ ਕਹਿੰਦੀ ਹੈ ਜੀ, ਗੁਰਮਤ ਦਾ ਵੀ ਇਹ ਅਸੂਲ ਹੈ ਸਾਡਾ। ਤਾਂ ਮੈਂ ਉਹੀ ਕਿਹਾ ਨਾ, ਸਰਬੱਤ ਦਾ ਭਲਾ, ਅਸੀਂ ਤਾਂ ਅਰਦਾਸ 'ਚ ਹੀ ਜਦੋਂ ਸਰਬੱਤ ਦੇ ਭਲੇ ਦੀ, ਫਿਰ ਉਹਦੇ ਲਈ ਸਾਨੂੰ ਕੁਝ ਕਰਨਾ ਪਊਗਾ ਨਾ, ਉਹਦੇ ਤੇ ਸਾਨੂੰ ਕੋਈ ਨਾ ਕੋਈ ਐਕਟ ਕਰਨਾ ਪਊ ਸਰਬੱਤ ਦੇ ਭਲੇ ਲਈ। ਸੋ ਇਸ ਕਰਕੇ ਇਹ ਜਿਹੜੇ ਆਪਦੇ ਆਪ ਨੂੰ ਸੇਫ ਐਂਡ ਸਿਕਿਉਰ ਫੀਲ ਕਰਨਾ, ਉਹਦੇ 'ਚ ਬਹੁਤ ਵੱਡਾ ਇੱਕ ਨਿੱਜ ਆ ਜਿਹੜਾ ਸੈਲਫਿਸ਼ਨੈਸ, ਇਹ ਆਉਂਦੀ ਆ। ਤੇ ਅਸੀਂ ਤਾਂ ਸੈਲਫਿਸ਼ਨੈਸ ਵਾਲੇ ਬੰਦੇ ਹੀ ਨਹੀਂ ਆ, ਅਸੀਂ ਤਾਂ ਜਿਉਂਦੇ ਹੀ ਦੂਜਿਆਂ ਲਈ ਆ, ਅਸੀਂ ਤਾਂ ਲੜਦੇ ਹੀ ਦੂਜਿਆਂ ਲਈ ਆ। ਅਸੀਂ ਪਹਿਲਾਂ ਕਹਿੰਦੇ ਆ ਵੀ ਤੂੰ ਠੀਕ ਹੋ ਜਾ, ਤੇਰਾ ਘਰ ਅਸੀਂ ਪਹਿਲਾਂ ਸਵਾਰ ਦਈਏ, ਸਾਡਾ ਕੋਈ ਨਹੀਂ, ਅਸੀਂ ਬਾਅਦ 'ਚ ਆਪੇ, ਅਕਾਲ ਪੁਰਖ ਵਾਹਿਗੁਰੂ ਹੈਗਾ। ਸੋ ਇੱਥੇ ਆ ਕੇ ਤਾਂ ਸਿਧਾਂਤ ਟੈਸਟ ਹੁੰਦੇ ਆ। ਇਸੇ ਕਰਕੇ ਜਦੋਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਆ ਧੁਰ ਕੀ ਬਾਣੀ ਆ, ਅਕਾਲ ਪੁਰਖ ਦੀ ਬਾਣੀ ਆ। ਹੁਣ ਸਾਨੂੰ ਇਸ ਸਿਧਾਂਤ ਤੋਂ ਤੋੜਿਆ ਕਿਵੇਂ ਜਾਂਦਾ? ਮਾਡਰਨ ਐਜੂਕੇਸ਼ਨ ਅਗੇਨ, ਵੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਨਾ, ਉਹ ਤਾਂ ਇੱਕ ਗਿਆਨ ਦਾ ਸਰੋਤ ਆ, ਵੀ ਗੁਰੂ ਤੋਂ ਗਿਆਨ ਲਓ ਬਸ। ਇਹ ਬਹੁਤ ਵੱਡੇ ਲੈਵਲ ਤੇ ਪ੍ਰਚਾਰੀ ਗਈ ਆ ਗੱਲ ਇਹ। ਫਿਰ ਜੇ ਗਿਆਨ ਤੱਕ ਹੀ ਲਿਮਿਟਡ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤਾਂ ਫਿਰ ਗਿਆਨ ਤਾਂ ਅਮਰੀਕਾ 'ਚੋਂ ਬਹੁਤ ਨਿਕਲਿਆ। ਉਹਨੇ ਇਹ ਇਤਿਹਾਸ ਦਿੱਤਾ, ਇੰਨੀਆਂ ਸ਼ਹਾਦਤਾਂ ਦੇ ਮਿੱਥ ਸਿਰਜੇ ਜਾਣੇ। ਗਿਆਨ ਤਾਂ ਯੂਰਪ ਵਾਲਿਆਂ ਨੇ ਬਹੁਤ ਕੱਢਿਆ, ਵੱਡੇ ਵੱਡੇ ਸਾਇੰਟਿਸਟ ਹੋਏ ਆ, ਉਹਨੇ ਇਤਿਹਾਸ ਸਿਰਜਿਆ। ਜੇ ਇਕੱਲਾ ਗਿਆਨ ਹੀ ਹੁੰਦਾ ਫਿਰ ਤਾਂ ਦੁਨੀਆ 'ਚ ਹੋਰ ਬਹੁਤ ਜਗ੍ਹਾ ਇਕੱਲਾ ਗਿਆਨ ਹੀ ਵੰਡਿਆ ਗਿਆ ਨਾ, ਪਰ ਇਹ ਇਤਿਹਾਸ ਤਾਂ ਨਹੀਂ ਨਿਕਲਿਆ ਉੱਥੋਂ। ਪਰ ਸਾਡੇ ਗੁਰੂ 'ਚ ਪੂਰਨ ਵਿਸ਼ਵਾਸ ਵੀ ਗੁਰੂ ਕੁਛ ਵੀ ਕਰ ਸਕਦਾ, ਉਹ ਇਕੱਲਾ 1.25 ਲੱਖ ਨਾਲ ਵੀ ਲੜਾ ਸਕਦਾ। ਉਸ ਪੂਰਨ ਵਿਸ਼ਵਾਸ ਨੇ ਇਹ ਇਤਿਹਾਸ ਸਿਰਜਿਆ, ਔਰ ਉਹ ਸਾਡੇ ਅਵਚੇਤਨ ਮਨ 'ਚ ਪਈ ਆ ਗੱਲ। ਇਹ ਕਦੇ ਕੱਢੀ ਨਹੀਂ ਜਾ ਸਕਦੀ, ਸਾਡੇ ਅੰਦਰੋਂ ਨਹੀਂ ਕੱਢੀ ਜਾ ਸਕਦੀ।
ਔਰ ਇਹ ਵੀ ਇੱਕ ਗੱਲ ਜਿਹੜੀ ਆ, ਹੁਣ ਦੇਖੋ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸ ਲੈਵਲ ਤੇ ਕਰ ਰਹੇ ਆ। ਇਹ ਵੀ ਸਾਜ਼ਿਸ਼ ਅਧੀਨ ਹੋ ਰਹੀਆਂ ਗੱਲਾਂ। ਸਾਜ਼ਿਸ਼ ਅਧੀਨ ਕਿਵੇਂ ਆ ਵੀ ਇਹਨਾਂ ਨੂੰ ਗ੍ਰੰਥ ਨਾਲੋਂ ਜਾਂ ਇਸ ਗੱਲ ਤੇ ਰਿਐਕਟ ਕਰਨਾ ਹੀ ਛੱਡ, ਇਹਨਾਂ ਤੋਂ ਪਾਸੇ ਕਰ ਦਿਓ ਵੀ ਹੁਣ ਆਪਾਂ ਨੂੰ ਐਂ ਲੱਗਣ ਲੱਗਿਆ ਯਾਰ ਇਹ ਤਾਂ ਆਮ ਗੱਲ ਆ। ਜੇ ਆਮ ਗੱਲ ਆ ਤਾਂ ਅਸੀਂ ਕਹਿੰਦੇ ਆ ਯਾਰ ਕਿਸੇ ਦੋਸ਼ੀ ਨੂੰ ਫੜਿਆ ਤਾਂ ਗਿਆ ਨਹੀਂ, ਸਜ਼ਾ ਤਾਂ ਹੋਈ ਨਹੀਂ, ਅਸੀਂ ਵੀ 2-4 ਦਿਨ ਬੁਰਾ ਮਨਾਉਣੇ ਆ, ਉਸ ਤੋਂ ਬਾਅਦ ਆਪਾਂ ਉਹੇ ਜਿਹੇ ਹੀ ਹੋ ਜਾਂਦੇ ਆ। ਸੋ ਪਰ ਇਹਦੇ 'ਚ ਸਾਨੂੰ ਇੱਕ ਗੱਲ ਸਮਝਣੀ ਪਊ, ਰੋਜ਼ ਗੱਲ ਕਰਦਾ ਮੈਂ ਇਹ, ਔਰ ਇਹ ਬਹੁਤ ਬੜੀ ਜ਼ਰੂਰੀ ਆ ਗੱਲ ਕਰਨੀ। ਕਿਉਂ ਇਹ ਗੱਲ ਕਰ ਰਹੇ ਆ? ਦੇਖੋ ਜਿਹੜਾ ਜ਼ੁਲਮੀ ਹੁੰਦਾ ਨਾ, ਉਹਨੇ ਤਾਂ ਜ਼ੁਲਮ ਕਰਨਾ ਹੁੰਦਾ, ਉਹਦਾ ਧਰਮ ਆ ਇਹ, ਉਹਨੇ ਜ਼ੁਲਮ ਕਰਨਾ ਹੀ ਕਰਨਾ। ਪਰ ਜਿਹੜਾ ਬੰਦਾ ਰਾਖਾ ਹੁੰਦਾ, ਜੇ ਠੂਹੇ ਨੇ ਡੰਗ ਮਾਰਨਾ ਹੀ ਮਾਰਨਾ, ਪਰ ਬਚਾਉਣ ਵਾਲੇ ਨੇ ਬਚਾਉਣਾ। ਹੁਣ ਜਿਹੜਾ ਜ਼ੁਲਮ ਕਰ ਰਿਹਾ, ਬੇਅਦਬੀ ਕਰ ਰਿਹਾ, ਉਹ ਤਾਂ ਕਰ ਰਿਹਾ, ਪਰ ਜਿਹਨੇ ਪਹਿਰਾਦਾਰੀ ਕਰਨੀ ਆ ਉਹ ਨਹੀਂ ਕਰ ਰਹੇ। ਸੋ ਇਹਦਾ ਮਤਲਬ ਅਸੀਂ ਆਪਦਾ ਕੰਮ ਨਹੀਂ ਪੂਰਾ ਕਰ ਰਹੇ, ਉਹ ਤਾਂ ਜ਼ੁਲਮੀ, ਇਹ ਤਾਂ ਮਹਾਰਾਜ ਦੀ ਕਲਾ ਨਾ। ਹਾਂਜੀ ਹਾਂਜੀ, ਜ਼ੁਲਮ ਤਾਂ ਰਹੂਗਾ ਹੀ ਰਹੂਗਾ, ਉਹਨਾਂ ਨੇ ਤਾਂ ਬੇਅਦਬੀ ਕਰਨੀ ਕਰਨੀ ਆ, ਪਰ ਅਸੀਂ ਪਹਿਰੇਦਾਰੀ ਤਾਂ ਅਸੀਂ ਕਰਨੀ ਆ ਨਾ, ਅਸੀਂ ਕਰ ਰਹੇ ਹਾਂ ਪਹਿਰੇਦਾਰੀ। ਜੇ ਅਸੀਂ ਆਪਦੇ ਗੁਰੂ ਦੀ ਪਹਿਰਾਦਾਰੀ ਨਹੀਂ ਕਰ ਸਕਦੇ, ਫਿਰ ਕਿੱਥੋਂ ਆਪਦੇ ਹੱਕ ਲੈ ਲਾਂਗੇ? ਅਸੀਂ ਤਾਂ ਆਪਦੇ ਗੁਰੂ ਦੀ ਪਹਿਰਾਦਾਰੀ ਨਹੀਂ ਕਰ ਸਕੇ। ਸਭ ਤੋਂ ਵੱਡੀ ਗੱਲ ਤਾਂ ਉੱਥੇ ਆਉਂਦੀ ਆ। ਔਰ ਕਿਹੜਾ ਇੱਥੇ ਰੂਹ ਬੈਠੀ ਆ, ਮੈਂ ਪੰਜਾਬ ਦੀ ਗੱਲ ਕਰਦਾ, ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਦਾ ਹੋਵੇ, ਜਿਹੜਾ ਕੋਈ, ਮੈਂ ਉਹੀ ਕਿਹਾ, ਕੋਈ ਧਰਮੀ ਨੇਕ ਬੰਦਾ ਨਹੀਂ ਆ, ਉਹ ਤਾਂ ਭਲਾ ਨਾ ਮੰਨਦਾ ਹੋਵੇ, ਪਰ ਜਿਹੜਾ ਧਰਮੀ ਬੰਦਾ ਆਪਦੇ ਧਰਮ ਤੇ ਚਾਹੇ ਖਰਾ ਉਤਰਦਾ ਹੋਵੇ, ਚਾਹੇ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਮੰਨਦਾ। ਕਿਉਂਕਿ ਇਹ ਧਰਤੀ ਉਸ ਗੁਰੂਆਂ ਦੀ ਸਾਜੀ ਹੋਈ ਧਰਤੀ ਆ। ਇੱਥੇ ਰਹਿਣ ਵਾਲਾ ਉਹ ਬੰਦੇ ਨੂੰ ਅਹਿਸਾਸ ਆ ਵੀ ਇਹ ਗੁਰੂਆਂ ਦੀ ਧਰਤੀ ਆ। ਤੇ ਜੇ ਅੱਜ ਅਸੀਂ ਆਪਦੇ ਗੁਰੂ ਦੀ, ਫਿਰ ਤਾਂ ਅਸੀਂ ਵੀ ਉਵੇਂ ਹੀ ਮੰਨੀ ਪਏ ਆ ਵੀ ਕਿਤਾਬ ਆ ਯਾਰ, ਇਹਦੇ ਤੋਂ ਤਾਂ ਗਿਆਨ ਮਿਲਦਾ, ਅਸੀਂ ਪਾਣੀ ਪੜ੍ਹ ਲੈਂਦੇ ਆ, ਬਸ ਗੱਲ ਖਤਮ ਆ। ਪਰ ਗੱਲ ਇੱਥੇ ਆ ਵੀ ਸਾਨੂੰ ਪਤਾ ਬੇਅਦਬੀਆਂ ਹੋ ਰਹੀਆਂ, ਹੋਣਗੀਆਂ, ਪਰ ਅਸੀਂ ਆਪਦਾ ਕੰਮ ਨਹੀਂ ਕਰ ਪਾ ਰਹੇ, ਅਸੀਂ ਪਹਿਰਾਦਾਰੀ ਨਹੀਂ ਕਰ ਪਾ ਰਹੇ। ਤੇ ਅਸੀਂ ਕਹਿੰਦੇ ਆ ਅਸੀਂ ਬੈਠੇ ਆ ਜੀ, ਦਿੱਲੀ ਨਾਲ ਲੜ ਲਾਂਗੇ, ਆਪਦੇ ਹੱਕ ਲੈ ਲਾਂਗੇ, ਅਸੀਂ ਖੁਦ ਮੁਖਤਿਆਰੀ ਲੈ ਲਾਂਗੇ, ਪਰ ਹਜੇ ਤੱਕ ਤਾਂ ਅਸੀਂ ਆਪਦੇ ਗੁਰੂ ਦੀ ਉਹ ਰਾਖੀ ਨਹੀਂ ਕਰ ਪਾ ਰਹੇ। ਸੋ ਬਹੁਤ ਵੱਡੀ ਘਾਟ ਆ, ਇਹ ਬੈਲੈਂਸ ਵਿਗੜਿਆ ਨਾ, ਜਿਹੜਾ ਜ਼ੁਲਮ ਕਰਨ ਵਾਲਾ ਆਪਦਾ ਕੰਮ ਕਰੀ ਜਾਂਦਾ, ਪਰ ਜਿਹੜੇ ਪਾਸੇ ਅਸੀਂ ਬੈਠੇ ਆ ਅਸੀਂ ਆਪਦਾ ਕੰਮ ਨਹੀਂ ਕਰ ਰਹੇ। ਇਹ ਗੱਲ ਸਾਨੂੰ ਸਮਝਣੀ ਪਊਗੀ, ਇਹ ਘਾਟ ਸਾਡੇ 'ਚ ਆ। ਹੁਣ ਸਿਦਕ ਦੀ ਘਾਟ ਹੈ, ਸਿਰੜ ਦੀ ਘਾਟ ਹੈ। ਹਾਂਜੀ, ਤੁਸੀਂ ਉਹਨੂੰ ਆਪਾਂ ਕਿਸੇ ਪਾਸੇ ਲਾ ਲਈਏ। ਹਾਂਜੀ। ਸੋ ਜਦੋਂ ਇਹ ਮਹਾਰਾਜ ਦੀ ਕਲਾ ਹੀ ਆ, ਦੋਨੇ ਚੀਜ਼ਾਂ ਚੱਲਣੀਆਂ ਹੀ ਆ, ਇੱਕ ਦੂਜੇ ਦੀਆਂ ਪੂਰਕ ਆ ਇਹ। ਸੋ ਸਤਿ ਸ਼੍ਰੀ ਅਕਾਲ ਜੀ। ਕੋਈ ਹੋਰ ਗੱਲਬਾਤ ਆਪਾਂ ਕਰਨੀ ਆ ਤਾਂ ਆਪਾਂ ਗਾਂਹ ਵੱਧਦੇ ਆ। ਬਾਈ ਜੀ ਤੁਸੀਂ ਆਓ ਕੁਛ। ਤੁਸੀਂ ਭਾਜੀ, ਹਾਂਜੀ, ਸਾਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਉਹ ਜਜ਼ਬਾਤੀ ਹੋ ਕੇ ਦੂਜਿਆਂ ਨੂੰ ਪ੍ਰੇਰੀ ਜਾਂਦੇ ਆ, ਇੱਕ ਦੂਜੇ ਨੂੰ ਕਹੀ ਜਾਂਦੇ ਆ। ਹਾਂਜੀ, ਪਰ ਜੋ ਗੱਲ ਤੁਸੀਂ ਕਹੀ ਹੈ ਠੀਕ ਹੈ, ਬਿਲਕੁਲ ਸਹੀ ਹੈ। ਹਾਂ, ਉਹੀ ਗੱਲ ਹੈ ਜੀ, ਸਾਨੂੰ ਆਪ ਹੀ ਕਰਨਾ ਪੈਣਾ। ਹਾਂਜੀ। ਔਰ ਜਿਹੜੇ ਰੈਵੋਲਿਊਸ਼ਨਰੀ ਹੁੰਦੇ ਆ ਨਾ, ਉਹ ਹੁੰਦੇ ਵੀ ਥੋੜੇ ਹੀ ਆ, ਬਾਹਲੇ ਨਹੀਂ ਹੁੰਦੇ। ਥੋੜੇ ਬੰਦਿਆਂ ਨੇ ਬਾਹਲਿਆਂ ਨੂੰ ਪਿੱਛੇ ਲਾਉਣਾ ਹੁੰਦਾ। ਸੋ ਇਹ ਤਾਂ ਹੁਣ ਆਪਣਾ ਇੱਕ ਪ੍ਰੋਸੈਸ ਆ, ਇੱਕ ਪ੍ਰੋਸੈਸ ਸ਼ੁਰੂ ਹੋਇਆ, ਇਸ ਪ੍ਰੋਸੈਸ ਨੂੰ ਆਪਾਂ ਵਧਾਉਣਾ, ਇਸ ਅੰਦੋਲਨ ਨੂੰ ਵੀ ਆਪਾਂ ਜਾਰੀ ਰੱਖਣਾ। ਇੱਕ ਬੇਨਤੀ ਹੋਰ ਸੀ ਜੀ, ਹਾਂਜੀ, ਜੋ ਤੁਸੀਂ ਪੋਲੀਟੀਕਲ ਧਿਰ ਦੀ ਗੱਲ ਕਰਦੇ ਹੋ ਨਾ, ਇਹ ਅਜੇ ਵੀ ਸਾਨੂੰ ਡਾਈਜੈਸਟ ਨਹੀਂ ਹੋ ਰਹੀ, ਕਿਉਂਕਿ ਤੁਸੀਂ ਪਹਿਲਾਂ 2 ਦੇ ਐਗਜ਼ਾਮਪਲ ਵੀ ਦਿੱਤੇ। ਹਾਂਜੀ, ਮਨਪ੍ਰੀਤ ਬਾਦਲ ਦੀ PPP ਦਾ ਔਰ ਆਪ ਦਾ ਨਾ। ਹਾਂਜੀ, ਤੇ ਫਿਰ ਜਦੋਂ ਹੁਣ ਸਾਡੇ ਸਾਹਮਣੇ ਤੀਜਾ ਬਦਲ ਆਉਂਦਾ ਜਾਂ ਤੁਸੀਂ ਦੱਸ ਰਹੇ ਹੋ, ਨਹੀਂ ਉਹ ਤੀਜਾ ਬਦਲ ਨਹੀਂ ਆ। ਹਾਂਜੀ, ਪਹਿਲਾਂ ਤਾਂ ਇਸ ਗੱਲ ਨੂੰ ਸਮਝੀਏ ਜੀ, ਜਿਹੜੀ ਬਦਲ ਪਹਿਲਾਂ ਆਇਆ, ਉਹਨਾਂ ਨੇ ਕਦੇ ਵੀ ਪੰਜਾਬ ਦੀ ਗੱਲ, ਨਿਰੋਲ ਪੰਜਾਬ ਦੀ ਗੱਲ ਨਹੀਂ ਕੀਤੀ। ਹਾਂਜੀ, ਹੋ ਸਕਦਾ ਜੀ, ਕਿਉਂਕਿ ਉਹਨਾਂ ਦਾ ਕੁਛ ਨਾ ਕੁਛ ਸੰਚਾਲਨ, ਜੇ ਨਿਰੋਲ ਪੰਜਾਬ ਦੀ ਗੱਲ ਮਨਪ੍ਰੀਤ ਕਰਦੇ ਹੁੰਦੇ ਤਾਂ ਅੱਜ ਕਾਂਗਰਸ 'ਚ ਨਹੀਂ ਬੈਠੇ ਹੋਣੇ ਸੀ। ਸਹੀ ਗੱਲ ਹੈ ਜੀ, ਹੈ ਨਾ। ਇਸੇ ਤਰ੍ਹਾਂ ਨਿਰੋਲ ਪੰਜਾਬ ਦੀ ਗੱਲ ਜੇ ਆਪ ਨੇ ਕੀਤੀ ਹੁੰਦੀ ਤਾਂ ਅੱਜ ਦਿੱਲੀ ਤੋਂ
ਉਹਦਾ ਰਿਮੋਟ ਕੰਟਰੋਲ ਕੇਜਰੀਵਾਲ ਸਾਹਿਬ ਦੇ ਹੱਥ 'ਚ ਨਹੀਂ ਹੋਣਾ ਸੀ। ਜਾਂ ਉਹ ਇੱਕ ਦਿਨ ਤੁਸੀਂ ਦੇਖ ਲਓ, ਮਾਨਸਿਕਤਾ ਦੇਖੋ, ਪਹਿਲੇ ਦਿਨ 31 ਅਕਤੂਬਰ ਨੂੰ ਤਾਂ ਉਹ ਜਿਹੜੇ ਇੰਦਰਾ ਗਾਂਧੀ ਆ ਉਹਨਾਂ ਨੂੰ ਸ਼ਰਧਾਂਜਲੀ ਦੇਈ ਜਾਂਦੇ ਆ ਜੀ। ਉਹ ਟਵੀਟ ਕੀਤਾ 1 ਨਵੰਬਰ ਨੂੰ ਉਹ ਜਿਹੜੇ ਸਿੱਖ ਜੈਨੋਸਾਈਡ ਵਾਲੇ ਆਪਣੇ ਉੱਥੇ ਸਿੱਖ ਸੰਗਤ ਨੇ ਸਫ਼ਰ ਕੀਤਾ ਉਹਨਾਂ ਨੂੰ ਸ਼ਰਧਾਂਜਲੀ ਦੇਈ ਜਾਂਦੇ ਆ। ਹੁਣ ਇਹ ਜਿਹੜੀ ਪੋਲਿਟਿਕਸ ਆ, ਇਹ ਪੋਲਿਟਿਕਸ ਦਾ ਆਧਾਰ ਤਾਂ ਸਾਨੂੰ ਸਮਝ ਆਉਂਦਾ ਵੀ ਇਹਨਾਂ ਨੇ ਤਾਂ ਜਮਹੂਰੀਅਤ ਸਿਰਾਂ ਦੀ ਗਿਣਤੀ ਵਾਲੀ ਪੋਲਿਟਿਕਸ ਹੀ ਕਰਨੀ ਆ। ਪਰ ਨਹੀਂ, ਫਿਰ ਹੁੰਗਾਰੇ ਦੀ ਗੱਲ ਤੇ ਆਪਾਂ ਆਉਣੇ ਆ। ਹਮੇਸ਼ਾ ਜਿਹੜੀ ਇਫੈਕਟਿਵਨੈਸ ਆ ਨਾ ਕਿਸੇ ਵੀ ਪੋਲਿਟਿਕਸ ਦੀ, ਉਹ ਜਿੱਤ ਤੇ ਡਿਪੈਂਡ ਨਹੀਂ ਹੁੰਦੀ। ਠੀਕ ਹੈ ਜੀ। ਅਗਲੀ ਗੱਲ, ਪਹਿਲਾਂ ਆਪਾਂ ਇਹ ਨਹੀਂ ਕਹਿ ਰਹੇ ਵੀ ਧਿਰ ਆਪਾਂ ਖੜੀ ਕਰ ਦਾਂਗੇ। ਇਸ ਪੋਲਿਟਿਕਸ ਨੇ, ਇਸ ਧਿਰ ਨੇ ਇੱਕ ਪ੍ਰੋਸੈਸ ਚੋਂ ਨਿਕਲਣਾ ਹੁੰਦਾ। ਉਹ ਪ੍ਰੋਸੈਸ ਦੇ ਵਿੱਚ ਨਿਕਲ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਅਸੀਂ ਮੇਨ ਸਟ੍ਰੀਮ ਪੋਲਿਟਿਕਸ 'ਚ ਲੈ ਕੇ ਆ ਸਕਦੇ ਹਾਂ, ਕਿਹੜੇ ਬੰਦੇ ਆ ਜਿਨ੍ਹਾਂ ਨੂੰ ਆਪਾਂ ਪਹਿਰੇਦਾਰੀ ਸਿਸਟਮ 'ਚ ਲੈ ਕੇ ਆ ਸਕਦੇ ਹਾਂ। ਅਸੀਂ ਉਹ ਪ੍ਰੋਸੈਸ ਤਾਂ ਸ਼ੁਰੂ ਕਰੀਏ, ਉਹ ਪ੍ਰੋਸੈਸ ਤਾਂ ਸ਼ੁਰੂ ਕਰੀਏ। ਹੁਣ ਜਦੋਂ ਆਪਾਂ ਸ਼ਹਿਰਾਂ 'ਚ ਪਿੰਡਾਂ 'ਚ ਜਾਵਾਂਗੇ, ਜਦੋਂ ਆਪਾਂ ਕਵਾਂਗੇ ਵੀ ਐਗਰੀਕਲਚਰ ਮਾਡਲ 'ਤੇ ਆਪਾਂ ਆ ਕੇ ਗੱਲਬਾਤ ਕਰੀਏ, ਇਹਦੇ 'ਤੇ ਸੰਵਾਦ ਕਰੀਏ, ਉਹ ਪ੍ਰੋਸੈਸ ਸ਼ੁਰੂ ਹੋ ਗਿਆ ਨਾ। ਉਸ ਪ੍ਰੋਸੈਸ 'ਚੋਂ ਪੰਜਾਬ ਦੇ ਚੰਗੇ ਬੰਦੇ ਸਾਡੇ ਸਾਹਮਣੇ ਆਉਣਗੇ। ਉਸ ਪ੍ਰੋਸੈਸ 'ਚੋਂ ਪੰਜਾਬ ਦੇ ਉਹ ਦਰਦੀ ਸਾਹਮਣੇ ਆਉਣਗੇ ਜਿਹੜੇ ਕਹਿਣਗੇ ਯਾਰ ਅਸੀਂ ਸਮਰਪਿਤ ਹਾਂ, ਅਸੀਂ ਸਾਡੀ ਧਰਤੀ ਨੂੰ, ਸਾਡੇ ਲੋਕਾਂ ਨੂੰ ਸਮਰਪਿਤ ਹਾਂ। ਤੇ ਉਸ ਪ੍ਰੋਸੈਸ 'ਚੋਂ ਇਹ ਸਭ ਕੁਝ ਇਵੋਲਵ ਹੋਊਗਾ। ਪਹਿਲਾਂ ਫੇਲ ਕਿਉਂ ਹੋਈਆਂ? ਕਿਉਂਕਿ ਇਹ ਪਹਿਲਾਂ ਆਪ ਦੀ ਸਮਝ ਨਾਲ ਇਕੱਠੇ ਹੋ ਜਾਂਦੇ ਆ, ਤੇ ਜਿਹੜੀ ਆਪ ਦੀ ਸਮਝ ਤੇ ਲੋਕਾਂ ਦੀ ਸਮਝ ਕਦੇ ਵੀ ਨਹੀਂ ਰਲਦੀ ਹੁੰਦੀ। ਇਹ ਤਾਂ ਹੈ ਜੀ। ਲੋਕਾਂ ਦੀ ਸਮਝ ਕੁਝ ਹੋਰ ਹੁੰਦੀ ਆ, ਇਹਨਾਂ ਦੀ ਸਮਝ ਕੁਝ ਹੋਰ ਹੁੰਦੀ ਸੀ, ਤੇ ਇਹ ਕਦੇ ਵੀ ਸਕਸੈਸਫੁਲ ਨਹੀਂ ਹੋਏ। ਸਹੀ ਗੱਲ ਹੈ। ਜਦੋਂ ਲੋਕਾਂ ਦੀ ਸਮਝ ਤੇ ਇਹ ਸਮਝ ਰਲੂਗੀ, ਉਹ ਇਵੋਲਵ ਹੋਊਗਾ ਪ੍ਰੋਸੈਸ 'ਚੋਂ, ਉਦੋਂ ਕੁਝ ਪੰਜਾਬ ਖਾਤਰ ਗੱਲ ਸਹੀ ਨਿਕਲ ਸਕਦੀ ਆ। ਹੁਣ ਉੱਥੇ ਵੀ ਜਿੱਤ ਹੀ ਸਭ ਕੁਝ ਨਹੀਂ ਆ। ਉੱਥੇ ਜੇ ਤੁਹਾਡੀ ਇਫੈਕਟਿਵਨੈਸ, ਇੰਪੈਕਟ ਵੀ ਆਉਣਾ ਸ਼ੁਰੂ ਹੋ ਜੇ ਵੀ ਪੰਜਾਬ ਦੀ ਪੋਲੀਟੀਕਲ ਸਿਨੈਰੀਓ ਨੂੰ ਆ 15 20 30 ਬੰਦੇ ਇੰਪੈਕਟ ਰੱਖਦੇ ਆ ਇਹਦੇ 'ਤੇ, ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ। ਉਹ ਪੋਲੀਟੀਕਲ ਪਹਿਰਾ ਦੇ ਸਕਦੇ ਆ। ਜਿਵੇਂ ਅੱਜ ਕਿਸਾਨਾਂ ਨੂੰ ਪਤਾ ਵੀ ਜੇ ਅਸੀਂ ਕਿਤੇ ਫਿਰ ਕੇ ਤਾਂ ਸ਼ੰਭੂ ਮੋਰਚੇ ਵਾਲੇ ਬੈਠੇ ਆ, ਉਹਨਾਂ ਨੇ ਉਦੋਂ ਹੀ ਸਾਨੂੰ ਬੇਨਕਾਬ ਕਰਨਾ ਸ਼ੁਰੂ ਕਰ ਦੇਣਾ। ਸੋ ਇਸ ਲਈ ਇੱਕ ਆਰਗੈਨਿਕ ਪ੍ਰੋਸੈਸ ਜਿਹੜਾ ਉਹ ਇੱਕ ਸਿਵਲ ਸਟਰਕਚਰ 'ਚੋਂ ਨਿਕਲੂਗਾ। ਪਹਿਲਾਂ ਉਹ ਸਿਵਲ ਸਟਰਕਚਰ ਦਾ ਇੱਕ ਆਰਗੈਨਿਕ ਪ੍ਰੋਸੈਸ ਤਾਂ ਸ਼ੁਰੂ ਕਰੀਏ। ਜੇ ਉਹ ਪ੍ਰੋਸੈਸ ਸ਼ੁਰੂ ਹੋਊਗਾ ਫਿਰ ਸਾਨੂੰ ਬੰਦੇ ਲੱਭਣੇ ਨਹੀਂ ਪੈਣੇ, ਉਹ ਆਪੇ ਹੀ ਉਹਦੇ 'ਚੋਂ ਪੈਦਾ ਹੋ ਜਾਣਗੇ, ਔਰ ਉਹ ਲੋਕਾਂ ਨੇ ਹੀ ਦੇ ਦੇਣੇ ਆ ਵੀ ਆ ਯਾਰ ਫਲਾਨਾ ਬੰਦਾ, ਫਲਾਨਾ ਬੰਦਾ, ਫਲਾਨਾ ਬੰਦਾ। ਜੇ ਉਹ ਪ੍ਰੋਸੈਸ ਨਹੀਂ ਸ਼ੁਰੂ ਹੋਊਗਾ ਫਿਰ ਅਸੀਂ ਮਾਤ ਖਾ ਜਾਾਂਗੇ। ਫਿਰ ਹਮੇਸ਼ਾ ਵਾਂਗੂ ਇੱਥੋਂ ਵੀ ਨਿਰਾਸ਼ਤਾ ਹੀ ਨਿਕਲਣੀ, ਅਸੀਂ ਇਹਦੇ 'ਚੋਂ ਕੱਢ ਕੁਛ ਨਹੀਂ ਸਕਦੇ। ਸੋ ਇਹ ਸਾਰਾ ਸੰਘਰਸ਼ ਦਾ ਪਾਰਟ ਹੀ ਆ, ਸੰਘਰਸ਼ ਦਾ ਹਿੱਸਾ। ਤੇ ਇਸ ਕਰਕੇ ਆਪਾਂ ਕੋਈ ਤੀਜਾ ਜਾਂ ਚੌਥਾ ਸੰਗਠਨ ਨਹੀਂ ਕੱਢ ਰਹੇ। ਆਪਾਂ ਪਹਿਲੀ ਵਾਰੀ ਆਰਗੈਨਿਕ ਵੇ 'ਚ ਪੰਜਾਬ ਦਾ ਪਹਿਲਾ ਸੰਗਠਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਪਤਾ ਅਸੀਂ ਕਾਮਯਾਬ ਹੋ ਜਾਈਏ, ਕੀ ਪਤਾ ਲਿਖਿਆ ਹੁਣ ਮਹਾਰਾਜ ਨੇ ਇਹ ਸਾਡੇ ਸਾਰਿਆਂ ਤੋਂ ਸੇਵਾ ਲੈਣੀ ਆ ਤੇ ਲਿਖਿਆ ਵੀ ਅਸੀਂ ਕਾਮਯਾਬ ਹੋ ਜਾਈਏ। ਸੋ ਪ੍ਰੋਸੈਸ ਤਾਂ ਸ਼ੁਰੂ ਕਰੀਏ। ਬਈ ਆਓ 2-4 ਗੱਲਾਂ ਕਰੋ ਪਲੀਜ਼। ਆ ਜਾਓ, ਆ ਜਾਓ, ਇੱਥੇ ਹੀ ਕਰ ਲਓ ਬਹਿ ਕੇ। ਹਾਂਜੀ, ਮਾਈਕ ਤੇ ਸਾਰਿਆਂ ਨੂੰ ਸੁਣ ਜਾਂਦੀ ਆ।